ਅੰਨਦਾਤਾ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਵੱਖਰੇ ਕਿਸਾਨਾਂ ਨਾਲ ਮਿਲਾਉਂਦੇ ਰਹਿੰਦੇ ਆ। ਇਹ ਕੋਈ ਵਰਕਸ਼ਾਪ ਨਹੀਂ, ਬਹੁਤ ਸਾਰੇ ਸੰਦ ਪਏ ਨਜ਼ਰ ਆਉਂਦੇ ਹੋਣਗੇ ਤੁਹਾਨੂੰ। ਉਹ ਚੀਜ਼ਾਂ ਜਿਹੜੀ ਕਿ ਖੇਤੀ ਕਰਨ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਐਸੀ ਔਰਤ ਨਾਲ ਮਿਲਾਵਾਂਗੇ ਜੋ ਇਹਨਾਂ ਸਾਰੇ ਸੰਦਾਂ ਦਾ ਸ਼ੌਕ ਰੱਖਦੀ ਹੈ, ਐਸੀ ਖੇਤੀਬਾੜੀ 'ਚ ਰੁੱਝੀ ਹੈ ਕਿ ਉਹਨੂੰ ਇਹ ਸਾਰੇ ਸੰਦਾਂ ਦਾ ਸ਼ੌਕ ਹੈ। ਸ਼ੌਕ ਦਾ ਕੋਈ ਮੁੱਲ ਨਹੀਂ ਹੈਗਾ। ਸੋ ਸ਼ੌਕ ਰਮਨ ਜੀ ਹੋਣਾ ਨੇ ਜਿਹੜਾ ਅੱਜ ਪਾਲਿਆ ਹੋਇਆ। ਮੈਰਿਜ ਦੇ ਰਿਲੇਸ਼ਨਸ਼ਿਪ 'ਚ ਆਏ ਤਾਂ ਮੈਂ ਬਿਲਕੁਲ ਅਵੇਅਰ ਨਹੀਂ ਸੀਗੀ ਵੀ ਖੇਤੀ ਹੁੰਦੀ ਕੀ ਆ। ਦਿਨ ਰਾਤ ਮਿਹਨਤ ਕਰਦੇ ਦੇਖਿਆ, ਅਗਰ ਉਹ ਇੰਨੀ ਮਿਹਨਤ ਕਰ ਰਿਹਾ ਤਾਂ ਫਿਰ ਮੈਨੂੰ ਕਿਉਂ ਨਹੀਂ ਨਾਲ ਖੜੇ ਹੋਣਾ ਚਾਹੀਦਾ। ਫਿਰ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੇਤੀ ਕਰਨ ਦਾ ਫੈਸਲਾ ਲਿਆ। ਟਰੈਕਟਰ ਚਲਾਉਂਦੇ ਹੋ ਜਾਂ ਖੇਤਾਂ 'ਚ ਜਾਂਦੇ ਹੋ ਤਾਂ ਲੱਗਦਾ ਨਹੀਂ ਕਿ ਪਿੰਡ ਵਾਲੇ ਲੋਕ ਕੀ ਕਹਿਣਗੇ। ਫਾਦਰ ਦੇ ਨਾ ਹੋਣ ਦੇ ਬਾਵਜੂਦ ਮੈਂ ਇੱਕ ਆਦਮੀ ਬਣ ਕੇ ਆਪਣੇ ਘਰ ਨੂੰ ਵੀ ਚਲਾਇਆ ਹੈ ਬਿਫੋਰ ਮੈਰਿਜ। ਤੁਸੀਂ ਮਦਰ ਇਨ ਲਾ ਨੂੰ ਮੇਰੇ ਦੇਖ ਸਕਦੇ ਹੋ, ਕਿਉਂਕਿ ਇਹਨਾਂ ਦਾ ਮੇਰੇ ਤੋਂ ਵੀ ਵੱਧ ਰੁਝਾਨ ਰਿਹਾ ਆ ਖੇਤਾਂ ਵਿੱਚ। ਸਰ ਇਹ ਟਰੈਕਟਰ ਹੈ ਜੀ ਮਹਿੰਦਰਾ 585। ਸਾਡੀ ਇਹ ਛੋਟੀ ਟਰਾਲੀ ਆ ਜਾਂਦੀ ਹੈ, ਸਿੰਗਲ ਹਾਲ ਆ ਜਾਂਦਾ ਹੈ, ਜੋ ਕਿ ਆਪਾਂ ਮਿੱਟੀ ਦੀ ਗੁਡਾਈ ਵਾਸਤੇ ਵਰਤਦੇ ਹਾਂ। ਇਹ ਜੀ ਗੰਨਾ ਬੀਜਣ ਵਾਸਤੇ ਹੈ ਤਾਂ ਇਹ 4 ਫੁੱਟ ਤੇ ਜੀ ਇਦਾਂ ਖੁੱਲ ਜਾਂਦੀ ਹੈ। ਮਤਲਬ ਇਹ ਪ੍ਰੋਪਰ ਮੇਜਰਮੈਂਟ ਦੇ ਨਾਲ ਇਹਦੇ ਨਾਲ ਆਪਾਂ ਗੰਨੇ ਦੀ ਬਿਜਾਈ ਕਰਦੇ ਹਾਂ। ਇਹ ਆਪਾਂ 2.5 ਫੁੱਟ ਤੇ ਗੰਨਾ ਬੀਜਦੇ ਹਾਂ ਜੀ ਇਹਦੇ ਨਾਲ। ਵੱਟਾਂ ਵਾਲਾ ਜਿੰਦਾ ਹੈ ਜਿਹਦੇ ਨਾਲ ਕਿ ਆਪਾਂ ਵੱਟਾਂ ਪਾਉਣੇ ਆ। ਅੱਗੇ ਹੈ ਜੀ ਆਲੂ ਪੱਟਣੇ ਵਾਲੀ ਮਸ਼ੀਨ ਹੈ। ਸੋ ਉਸ ਤੋਂ ਅੱਗੇ ਹੈ ਜੀ ਤਵੀਆਂ ਵਾਲਾ ਜਿੰਦਾ। ਰੀਪਰ ਆ ਜੀ ਜੋ ਕਿ ਥੱਲਿਓਂ ਕੰਡਿਆਂ ਤੋਂ ਉਹ ਕਟਾਈ ਕਰ ਦਿੰਦਾ, ਉਹਦੀ ਆਪਾਂ ਨੂੰ ਸੌਖਾ ਹੋ ਜਾਂਦਾ ਹੈ ਵਾਹੁਣ ਵਿੱਚ ਵੀ ਤੇ ਗੱਠਾਂ ਬਣਵਾਉਣ ਵਿੱਚ ਵੀ। ਇੱਕ ਫਸਲ ਦੀ ਅਲੱਗ ਤਰ੍ਹਾਂ ਤੋਂ ਹੀ ਵੱਟ ਪੈਂਦੀ ਹੈ। ਵੱਟ ਸਹੀ ਖੜੀ ਹੋਏਗੀ, ਸਹੀ ਤਰੀਕੇ ਨਾਲ ਪਾਈ ਹੋਏਗੀ ਤਾਂ ਪਾਣੀ ਤਾਂ ਹੀ ਖੜੇਗਾ। ਅਗਰ ਪਾਣੀ ਖੜੇਗਾ ਤਾਂ ਫਸਲ ਤਾਂ ਹੀ ਹੋਏਗੀ। ਮੇਰੇ ਹਸਬੈਂਡ ਨੂੰ ਪ੍ਰੋਪਰ ਕਲਾਸਿਸ ਲਗਾਉਂਦੇ ਹੁੰਦੇ ਸੀ, ਚਾਰਟ ਬਣਾ ਕੇ ਕਿ ਕਿਹੜੀ ਫਸਲ ਤੇ ਕਿਹੜੀ ਸਪਰੇਅ ਹੋਣੀ ਹੈ, ਕਿਹੜੀ ਚੀਜ਼ ਨੂੰ ਆਪਾਂ ਕਿੱਦਾਂ ਵਰਤਣਾ ਹੈ। ਮੇਰੇ ਹਸਬੈਂਡ ਨੇ ਉਹਨਾਂ ਨੇ ਆਪਣੇ ਬ੍ਰਦਰ ਤੋਂ ਸਿੱਖਿਆ ਤੇ ਮੈਂ ਆਪਣੇ ਹਸਬੈਂਡ ਤੋਂ ਸਿੱਖਿਆ। ਆਪਾਂ ਇਹਦੇ ਵਿੱਚ ਸਮਾਨ ਲੋਡ ਕਰਕੇ ਲੈ ਕੇ ਜਾ ਸਕਦੇ। ਖੇਤ ਨਹੀਂ ਲੈਵਲ ਹੋਏਗਾ ਤਾਂ ਪਾਣੀ ਖੜੇਗਾ ਨਹੀਂ, ਤਾਂ ਕਰਕੇ ਇਹ ਤਵੀਆਂ ਸਪੈਸ਼ਲੀ ਕੱਦੂ ਦੇ ਵਿੱਚ ਯੂਜ਼ ਹੁੰਦੀਆਂ ਨੇ। ਤੂੜੀ ਵਾਲੀਆਂ ਟਰਾਲੀਆਂ ਨੇ, ਤੁਸੀਂ ਦੇਖ ਸਕਦੇ ਹੋ। ਮੈਂ ਖੇਤੀ ਕਰਦੀ ਹਾਂ ਆਪਣੇ ਸ਼ੌਂਕ ਵਾਸਤੇ ਤੇ ਆਪਣੇ ਹਸਬੈਂਡ ਦੇ ਨਾਲ ਸਪੋਰਟ ਕਰਨ ਵਾਸਤੇ। ਇਹ ਮਹਿੰਦਰਾ 655 DI ਮੇਨ ਕਹਿ ਸਕਦੇ ਹਾਂ ਕਿ ਇਹ ਰਾਜਾ, ਖੇਤਾਂ ਦਾ ਰਾਜਾ ਹੈ ਇਹ ਆਪਣੀ 22 ਫੁੱਟੀ ਟਰਾਲੀ ਹੈ। ਮੋਸਟਲੀ ਗੰਨੇ ਦੇ ਟਾਈਮ ਤੇ ਹੀ ਯੂਜ਼ ਕਰਦੇ ਆ। ਤੇ ਇਹ ਸਵਰਾਜ ਆ ਜੀ 855 ਟਰੈਕਟਰ ਹੈ। ਮੇਰੇ ਫਾਦਰ ਇਨ ਲਾ ਦਾ ਟਰੈਕਟਰ ਸੀਗਾ, ਇਹ ਉਹਨਾਂ ਦਾ ਪਹਿਲਾ ਟਰੈਕਟਰ ਸੀ ਜਦੋਂ ਉਹਨਾਂ ਨੇ ਖੇਤੀ ਸਟਾਰਟ ਕਰੀ ਸੀ। ਪਰ ਤੁਸੀਂ ਭਗਤ ਸਿੰਘ ਤੇ ਯੂਮ ਕਰ ਸਕਦੇ ਹੋ ਕੋਠੇ ਤੇ, ਅਸੀਂ ਇਹਨੂੰ ਕੋਠੇ ਤੇ ਖੜਾ ਕਰ ਲਾਂਗੇ ਪਰ ਇਹਨੂੰ ਦਵਾਂਗੇ ਨਹੀਂ। ਅਸੀਂ ਗੱਲ ਤੁਸੀਂ ਦੇਖ ਰਹੇ ਟੀਵੀ ਪੰਜਾਬ। ਮੈਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ ਲੈ ਕੇ ਹਾਜ਼ਰ ਹਾਂ ਆਪਣਾ ਖਾਸ ਸ਼ੋਅ ਜਿਸ ਦਾ ਨਾਮ ਹੈ ਅੰਨਦਾਤਾ। ਅੰਨਦਾਤਾ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਵੱਖਰੇ ਕਿਸਾਨਾਂ ਨਾਲ ਮਿਲਾਉਂਦੇ ਰਹਿੰਦੇ, ਐਸੇ ਫਾਰਮਰਸ ਨਾਲ ਮਿਲਾਉਂਦੇ ਰਹਿੰਦੇ ਆ ਜਿਹੜੇ ਕਿ ਕੁਝ ਹਟ ਕੇ ਕਰਦੇ ਨੇ। ਇਸ ਸਮੇਂ ਅਸੀਂ ਜਿੱਥੇ ਖੜੇ ਆ ਇਹ ਕੋਈ ਵਰਕਸ਼ਾਪ ਨਹੀਂ, ਬਹੁਤ ਸਾਰੇ ਸੰਦ ਪਏ ਨਜ਼ਰ ਆਉਂਦੇ ਹੋਣਗੇ ਤੁਹਾਨੂੰ, ਪਰ ਇਹ ਸੰਦ ਕੋਈ ਵਰਕਸ਼ਾਪ ਦਾ ਜਿਹੜਾ ਉਹ ਦ੍ਰਿਸ਼ ਨਹੀਂ ਹੈਗਾ। ਇਹ ਇੱਕ ਘਰ ਹੈ ਜਿਸ ਦੇ ਵਿੱਚ ਇੰਨੇ ਸਾਰੇ ਖੇਤੀਬਾੜੀ ਨਾਲ ਸੰਬੰਧਿਤ ਇਹ ਜਿਹੜੇ ਸੰਦ ਰੱਖੇ ਹੋਏ ਨੇ, ਜਾਣੀ ਕਿ ਕਹੀਏ ਕਿ ਉਹ ਚੀਜ਼ਾਂ ਜਿਹੜੀ ਕਿ ਖੇਤੀ ਕਰਨ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਪਹਿਲਾਂ ਤਾਂ ਆਮ ਕਰਕੇ ਜਿਹੜੀਆਂ ਇਹ ਚੀਜ਼ਾਂ ਦੇਖਣ ਨੂੰ ਹੀ ਨਹੀਂ ਮਿਲਦੀਆਂ ਕਿ ਕਿਸੇ ਦੁਕਾਨ ਜਾਂ ਕਿਸੇ ਇਹ ਵਰਕਸ਼ਾਪ 'ਚ ਹੁੰਦੀਆਂ ਨੇ, ਪਰ ਇਹ ਇੱਕ ਘਰ ਦੇ ਵਿੱਚ ਨੇ। ਹੁਣ ਗੱਲ ਕਰਾਂਗੇ ਉਸ ਕਿਸਾਨ, ਉਸ ਫਾਰਮਰ ਦੀ ਜਿਸ ਨੇ ਇਹ ਆਪਣੇ ਘਰ ਦੇ ਵਿੱਚ ਇੰਨੇ ਖੇਤੀਬਾੜੀ ਦੇ ਜਿਹੜੇ ਉਹ ਸੰਦ ਨੇ ਉਹ ਰੱਖੇ ਹੋਏ ਨੇ। ਤੇ ਅੱਜ ਅਸੀਂ ਤੁਹਾਨੂੰ ਕਿਸੇ ਮੇਲ ਕਿਸਾਨ ਨਾਲ ਹੀ ਮਿਲਾਵਾਂਗੇ, ਇੱਕ ਫੀਮੇਲ ਨਾਲ ਮਿਲਾਵਾਂਗੇ, ਇੱਕ ਐਸੀ ਔਰਤ ਨਾਲ ਮਿਲਾਵਾਂਗੇ ਜੋ ਇਹਨਾਂ ਸਾਰੇ ਸੰਦਾਂ ਦਾ ਸ਼ੌਕ ਰੱਖਦੀ ਹੈ। ਐਸੀ ਔਰਤ ਜਿਹੜੀ ਕਿ ਪੜ੍ਹੀ ਲਿਖੀ ਹੈ, ਸ਼ਹਿਰ ਦੀ ਹੈ, ਪਰ ਐਸੀ ਖੇਤੀਬਾੜੀ 'ਚ ਰੁੱਝੀ ਹੈ ਕਿ ਉਹਨੂੰ ਇਹ ਸਾਰੇ ਸੰਦਾਂ ਦਾ ਸ਼ੌਕ ਹੈ ਤੇ ਉਹ ਇਹਨਾਂ ਸੰਦਾਂ ਨਾਲ ਖੇਤਾਂ 'ਚ ਮਿਹਨਤ ਵੀ ਕਰਦੀ ਹੈ, ਮਿਹਨਤਕਸ਼ ਹੈ। ਉਹਨਾਂ ਦਾ ਨਾਮ ਹੈ ਰਮਨਦੀਪ। ਸੋ ਰਮਨਦੀਪ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਮਨਦੀਪ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਸਵਾਗਤ ਤੇ ਬੜਾ ਚੰਗਾ ਲੱਗਿਆ ਅੱਜ ਦੇਖ ਕੇ ਕਿ ਤੁਸੀਂ ਇੰਨੇ ਕਿ ਜਿਹੜੇ ਸੰਦ ਨੇ ਇਕੱਠੇ ਕੀਤੇ ਹੋਏ ਨੇ ਜਾਂ ਇਹਨਾਂ ਦਾ ਸ਼ੌਕ ਰੱਖਦੇ। ਕਿਵੇਂ ਸ਼ੌਕ? ਪਹਿਲੀ ਗੱਲ ਤਾਂ ਹੀ ਤੁਹਾਡਾ ਬਹੁਤ ਵੈਲਕਮ, ਤੁਸੀਂ ਸਾਡੇ ਆਏ ਹੋ ਹਨਾ। ਤੇ ਸ਼ੌਂਕ ਇੱਦਾਂ ਆ ਜੀ, ਪਹਿਲਾਂ ਤਾਂ ਦੇਖੋ ਜੀ ਬਿਫੋਰ ਮੈਰਿਜ ਤਾਂ ਮੈਨੂੰ ਇਸ ਚੀਜ਼ ਬਾਰੇ ਇੰਨੀ ਨੌਲੇਜ ਹੈ ਨਹੀਂ ਸੀਗੀ, ਬਟ ਆਫਟਰ ਮੈਰਿਜ ਜਦੋਂ ਆਪਾਂ ਮਤਲਬ ਮੋਸਟਲੀ ਜਦੋਂ ਆਪਾਂ ਇੱਕ ਰਿਸ਼ਤੇ 'ਚ ਆਉਂਦੇ ਹਾਂ ਤਾਂ ਆਪਾਂ ਹਸਬੈਂਡ ਨੂੰ ਦੇਖਦੇ ਹਾਂ ਜੋ ਕਿ ਉਹਨਾਂ ਦਾ ਇੱਕ ਕਿੱਤਾ ਹੈ ਨਾ, ਖੇਤੀ ਸਾਡਾ ਕਿੱਤਾ। ਤਾਂ ਜਦੋਂ ਅਸੀਂ ਇਸ ਮੈਰਿਜ ਦੇ
ਰਿਲੇਸ਼ਨਸ਼ਿਪ 'ਚ ਆਏ ਤਾਂ ਮੈਂ ਬਿਲਕੁਲ ਅਵੇਅਰ ਨਹੀਂ ਸੀਗੀ ਵੀ ਖੇਤੀ ਹੁੰਦੀ ਕੀ ਆ, ਬਟ ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਇਹਨਾਂ ਨੂੰ ਦੇਖਿਆ, ਇੰਨੀ ਮਿਹਨਤ ਕਰਦੇ ਦੇਖਿਆ, ਦਿਨ ਰਾਤ ਮਿਹਨਤ ਕਰਦੇ ਦੇਖਿਆ, ਖੇਤਾਂ ਵਿੱਚ ਆਉਂਦੇ ਜਾਂਦੇ ਸੰਦਾਂ ਨੂੰ। ਈਵਨ ਉਸ ਤੋਂ ਬਾਅਦ ਅਸੀਂ ਕਾਫੀ ਗਰੋਥ ਵੀ ਕੀਤੀ, ਕਈ ਨਿਊ ਇਹੋ ਜਿਹੇ ਇਕਵਿਪਮੈਂਟਸ ਵੀ ਲਏ ਹੈ ਨਾ। ਅਤੇ ਉਸ ਤੋਂ ਬਾਅਦ ਮੇਰਾ ਉਸ ਚੀਜ਼ਾਂ ਦੇ ਵਿੱਚ ਇੰਟਰਸਟ ਹੋਰ ਵੀ ਜ਼ਿਆਦਾ ਵੱਧ ਗਿਆ ਕਿ ਨਹੀਂ, ਮਤਲਬ ਅਗਰ ਉਹ ਇੰਨੀ ਮਿਹਨਤ ਕਰ ਰਿਹਾ ਤਾਂ ਫਿਰ ਮੈਨੂੰ ਕਿਉਂ ਨਹੀਂ ਨਾਲ ਖੜੇ ਹੋਣਾ ਚਾਹੀਦਾ। ਸੋ ਮੋਸਟਲੀ ਪਿੱਛੇ ਜਦੋਂ ਆਪਣਾ ਕਿਸਾਨੀ ਧਰਨਾ ਹੋਇਆ ਸੀ, ਉਦੋਂ ਉਸ ਤੋਂ ਬਾਅਦ ਲਾਈਕ ਅਸੀਂ ਇੱਥੇ ਗੋਬਿੰਦਗੜ੍ਹ ਗਏ ਸੀ ਧਰਨੇ 'ਤੇ, ਤਾਂ ਉਦੋਂ ਥੋੜ੍ਹਾ ਮੇਰੇ 'ਚ ਉਤਸ਼ਾਹ ਆਇਆ ਜਦੋਂ ਮੈਂ ਦੇਖਿਆ ਕਿ ਹਾਂ ਮਤਲਬ ਅਸੀਂ ਉੱਥੇ ਕੋਈ ਵੀ ਲੇਡੀਜ਼ ਨਹੀਂ ਸੀਗੀ, ਤਾਂ ਮੈਂ ਇੱਕ ਇਕੱਲੀ ਔਰਤ ਸੀਗੀ। ਤੁਸੀਂ ਕੱਢ ਕੇ ਵੀ ਦੇਖ ਸਕਦੇ ਹੋ ਇੰਟਰਨੈਟ 'ਤੇ, ਮੈਂ ਇੰਟਰਵਿਊ ਦਿੱਤੀ ਸੀਗੀ। ਅਤੇ ਉਸ ਤੋਂ ਬਾਅਦ ਮੇਰਾ ਹੋਰ ਵੀ ਉਤਸ਼ਾਹ ਵੱਧ ਗਿਆ, ਬਿਕੋਜ਼ ਮੈਂ ਦੇਖਿਆ ਕਿ ਖੇਤੀ ਇੱਕ ਕੰਮ ਆ ਹੈ ਨਾ। ਬਿਕੋਜ਼ ਆਪਾਂ ਕਿੱਥੇ ਵੀ ਜਾਂਦੇ ਹਾਂ, ਹਮੇਸ਼ਾ ਔਰਤਾਂ ਨੂੰ ਬਰਾਬਰ ਸਮਝਿਆ ਜਾਂਦਾ ਆ ਅੱਜ ਦੀ ਜਨਰੇਸ਼ਨ ਵਿੱਚ। ਸੋ ਉਹਦੇ ਕਰਕੇ ਉਸ ਤੋਂ ਬਾਅਦ ਹੋਰ ਇੰਟਰਸਟ ਵਧਣ ਕਰਕੇ ਫਿਰ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੇਤੀ ਕਰਨ ਦਾ ਫੈਸਲਾ ਲਿਆ। ਪਰ ਇੱਕ ਗੱਲ ਮੈਂ ਹੁਣ ਦੱਸਾਂ ਕਿ ਇਸ ਸਮੇਂ ਤੁਸੀਂ ਇੱਕ ਪਿੰਡ ਦੇ ਵਿੱਚ ਹੋ, ਖੇਤੀ ਵੀ ਕਰਦੇ ਹੋ, ਜਾਂ ਤੁਸੀਂ ਖੁਦ ਜਾਂਦੇ ਹੋ ਟਰੈਕਟਰ ਚਲਾਉਂਦੇ ਹੋ ਜਾਂ ਖੇਤਾਂ 'ਚ ਜਾਂਦੇ ਹੋ, ਤਾਂ ਲੱਗਦਾ ਨਹੀਂ ਕਿ ਪਿੰਡ ਵਾਲੇ ਲੋਕ ਕੀ ਕਹਿਣਗੇ? ਕਈ ਵਾਰ ਹੁੰਦਾ ਨਾ ਕਿ ਅਕਸਰ ਇਹ ਥਿਊਰੀ ਬਣੀ ਜਾਂਦੀ ਹੈ, ਸ਼ਹਿਰਾਂ 'ਚ ਕੰਮ ਕਰਦੀ ਔਰਤ ਨੂੰ ਨਹੀਂ ਕੁਝ ਕਿਹਾ ਜਾਂਦਾ, ਪਰ ਪਿੰਡ 'ਚ ਬਹੁਤ ਕੁਝ ਕਹਿ ਦਿੰਦੇ। ਦੇਖੋ, ਇਹ ਤਾਂ ਸਭ ਦੀ ਮੈਂਟੈਲਿਟੀ ਹੈ, ਇਹ ਨਹੀਂ ਕਿ ਆਪਾਂ ਪਿੰਡ ਦੇ ਲੋਕਾਂ ਦੀ ਕਵਾਂਗੇ। ਸ਼ਹਿਰ ਵਿੱਚ ਵੀ ਅਗਰ ਕੋਈ ਔਰਤ ਕਿਸੇ ਵੀ ਤਰ੍ਹਾਂ ਦੇ ਮਰਦ ਨਾਲ ਮੋਢਾ ਜੋੜ ਕੇ ਕੋਈ ਕੰਮ ਕਰਦੀ ਹੈ ਤਾਂ ਉਹਨੂੰ ਵੀ ਬਹੁਤ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਬਟ ਮੈਂ ਐਸੀ ਬੈਕਗਰਾਊਂਡ ਤੋਂ ਬਿਲੋਂਗ ਕਰਦੀ ਹਾਂ ਜਿੱਥੇ ਕਿ ਫਾਦਰ ਦੇ ਨਾ ਹੋਣ ਦੇ ਬਾਵਜੂਦ ਮੈਂ ਇੱਕ ਆਦਮੀ ਬਣ ਕੇ ਆਪਣੇ ਘਰ ਨੂੰ ਵੀ ਚਲਾਇਆ ਆ ਬਿਫੋਰ ਮੈਰਿਜ ਹੈ ਨਾ। ਸੋ ਉਹਦੇ ਕਰਕੇ ਮੈਨੂੰ ਪਿੰਡਾਂ ਦੇ ਲੋਕਾਂ ਦੀਆਂ ਗੱਲਾਂ ਦਾ ਇਫੈਕਟ ਹੋਣਾ ਮੇਰੇ ਲਈ ਕੋਈ ਐਡੀ ਵੱਡੀ ਗੱਲ ਨਹੀਂ ਸੀਗੀ, ਬਿਕੋਜ਼ ਮੈਂ ਹਮੇਸ਼ਾ ਉਹਨਾਂ ਨੂੰ ਇਗਨੋਰ ਕਰਕੇ ਹੀ ਅੱਗੇ ਵੱਧਦੀ ਹਾਂ। ਹਾਂਜੀ। ਤੇ ਕਿੰਨੀ ਜਿਹੜੀ ਸਟੱਡੀ ਤੁਸੀਂ ਕੀਤੀ ਹੈ, ਕੀ ਪੜ੍ਹਿਆ? ਸਰ ਮੈਂ BSc ਨਰਸਿੰਗ ਕੀਤੀ ਹੋਈ ਹੈ। ਨਰਸਿੰਗ ਤੋਂ ਬਾਅਦ ਮੈਂ ਹੈਲਥ ਕੋਰਸ ਕੀਤਾ ਹੋਇਆ ਹੈ। ਉਸ ਤੋਂ ਬਾਅਦ ਮੈਂ ਆਇਲਸ ਟ੍ਰੇਨਰ ਦੀ ਜੌਬ ਵੀ ਕਰੀ ਹੈ 2 ਸਾਲ। ਦੈਨ ਫਿਰ ਮੈਰਿਜ ਹੋ ਗਈ ਸੀ। ਉਸ ਤੋਂ ਬਾਅਦ ਫਿਰ ਹੁਣ ਖੇਤੀ ਹੀ ਸਾਰਾ ਸ਼ੁਰੂ ਤੋਂ ਜੁਝਾਰੂ ਰਹੇ ਹੋ। ਠੀਕ ਹੈ, ਪਿੰਡ ਵਾਲੇ ਛੱਡ ਦਿੰਦੇ ਇੱਕ ਪਾਸੇ, ਖੇਤ ਥੋੜੇ ਇੰਨੇ ਸੰਦ ਆਪ ਪਰਚੇਜ ਕੀਤੇ, ਆਪ ਇਹਨਾਂ ਨੂੰ ਵਰਤੋਂ ਕਰਦੇ ਹੋ, ਤੇ ਫਿਰ ਘਰਦਿਆਂ ਦਾ ਕਿਵੇਂ ਰਹਿੰਦਾ ਆ? ਮਤਲਬ ਜੇ ਤੁਹਾਡਾ ਸੱਸ ਸਹੁਰਾ ਜਾਂ ਇੱਥੇ ਦਾ ਪਰਿਵਾਰ ਕਿਵੇਂ ਰਹਿੰਦਾ ਹੈ? ਸਰ ਐਕਚੁਅਲੀ ਤੁਸੀਂ ਮਦਰ ਇਨ ਲਾਅ ਨੂੰ ਮੇਰੇ ਦੇਖ ਸਕਦੇ ਹੋ ਹੈ ਨਾ ਜੀ। ਅਤੇ ਮੇਰੇ ਤੋਂ ਪਹਿਲਾਂ ਇਹਨਾਂ ਨੇ ਹੀ ਇਸ ਘਰ 'ਚ ਬਹੁਤ ਮਿਹਨਤ ਕਰੀ ਹੈ, ਕਿਉਂਕਿ ਇਹਨਾਂ ਦਾ ਮੇਰੇ ਤੋਂ ਵੀ ਵੱਧ ਰੁਝਾਨ ਰਿਹਾ ਆ ਖੇਤਾਂ ਵਿੱਚ। ਕਿਉਂਕਿ ਮੈਨੂੰ ਜਦ ਨਹੀਂ ਸੀ ਪਤਾ ਤਾਂ ਇਹਨਾਂ ਨੇ ਹੀ ਮੈਨੂੰ ਜਾਗਰੂਕ ਕਰਾਇਆ ਕਿ ਨਹੀਂ, ਆਪਾਂ ਇਸ ਚੀਜ਼ ਨੂੰ ਇੱਦਾਂ ਕਰਦੇ ਹਾਂ, ਇੱਦਾਂ ਇਹ ਚੀਜ਼ ਇੱਦਾਂ ਹੁੰਦੀ ਆ। ਤਾਂ ਇਹਨਾਂ ਦਾ ਵੀ ਮੈਂ ਕਹਿੰਦੀ ਹਾਂ ਓਨਾ ਹੀ ਯੋਗਦਾਨ ਆ ਜਿੰਨਾ ਕਿ ਮੇਰਾ ਅਤੇ ਮੇਰੇ ਹਸਬੈਂਡ ਦਾ ਆ। ਬਿਕੋਜ਼ ਅਗਰ ਘਰ 'ਚ ਕੋਈ ਵੱਡਾ ਸਿਆਣਾ ਹੋਵੇ ਤਾਂ ਦੇਖੋ ਬੱਚੇ ਵੀ ਨੇ, ਉਹਨਾਂ ਨੂੰ ਵੀ ਕੋਈ ਸਾਂਭਦਾ ਹੈ ਨਾ। ਸੋ ਇਹਨਾਂ ਦਾ ਵੀ ਓਨਾ ਹੀ ਹੱਕ ਹੈ ਜਿੰਨਾ ਕਿ ਸਾਡਾ ਆ ਖੇਤੀ ਦੇ ਕਿੱਤੇ ਤੇ। ਔਰ ਮੈਂ ਕਹੂੰਗੀ ਓਨਾ ਹੀ ਸੇਮ ਯੋਗਦਾਨ ਹੈ ਇਹਨਾਂ ਦਾ, ਕਿਉਂਕਿ ਇਹਨਾਂ ਦੀ ਸਪੋਰਟ ਦੇ ਨਾਲ ਹੀ ਹੋ ਰਿਹਾ। ਆਪਾਂ ਮਾਤਾ ਜੀ ਨਾਲ ਗੱਲ ਕਰ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ। ਕਿਵੇਂ ਲੱਗਦਾ ਨੂੰਹ ਜਿਹੜੀ ਤੁਹਾਡੀ ਆ ਜਿਹੜਾ ਕੰਮ ਕਰ? ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਧੰਨਵਾਦ ਜੀ। ਚੰਗਾ ਲੱਗਦਾ ਦੇਖ ਕੇ? ਹਾਂਜੀ ਹਾਂਜੀ, ਕਿ ਪੂਰਾ ਮੋਢੇ ਨਾਲ ਮੋਢਾ ਲਾ ਕੇ ਖੇਤੀਬਾੜੀ? ਨਹੀਂ ਜੀ, ਬਹੁਤ ਵਧੀਆ ਨਹੀਂ। ਸੋ ਮਾਤਾ ਜੀ ਥੋੜਾ ਜਗਦੇ ਨੇ, ਪਰ ਵਧੀਆ ਇੱਕ ਸੋਚ ਹੈ, ਪੜ੍ਹੀ ਲਿਖੀ ਸੋਚ ਹੈ। ਕਿਉਂਕਿ ਆਮ ਕਰਕੇ ਜੇ ਦੇਖਿਆ ਜਾਵੇ ਕਿ ਖੇਤੀਬਾੜੀ ਦੇ ਵਿੱਚ ਅਸੀਂ ਹਮੇਸ਼ਾ ਮਰਦ ਪ੍ਰਧਾਨ ਇਸ ਨੂੰ ਕੀਤਾ ਮੰਨਦੇ ਹਾਂ, ਪਰ ਜਿਵੇਂ ਰਮਨ ਹੋਣੀ ਕੰਮ ਕਰਦੇ ਨੇ ਤਾਂ ਬੜਾ ਚੰਗਾ ਲੱਗਦਾ ਹੈ। ਇੱਕ ਇੱਕ ਕਰਕੇ ਜਿਹੜੇ ਤੁਹਾਡੇ ਸੰਦ ਆ ਉਹਨਾਂ ਦੀ ਜਾਣਕਾਰੀ ਵੀ ਆਪਾਂ ਹਾਸਿਲ ਕਰਦੇ ਹਾਂ ਥੋਤੋਂ, ਕਿਉਂਕਿ ਆਡੀਅנס ਨੂੰ ਵੀ ਥੋੜਾ ਪਤਾ ਲੱਗੇ ਕਿ ਵਾਕਈ ਪੂਰੀ ਨੌਲੇਜ ਰੱਖਦੇ ਆ। ਤਾਂ ਸ਼ੁਰੂ ਤੋਂ ਸ਼ੁਰੂ ਕਰ ਲੈਂਦੇ ਹਾਂ, ਤੁਹਾਡੇ ਕੋਲ ਕੀ ਕੀ ਹੈ? ਸਰ ਇਹ ਟਰੈਕਟਰ ਹੈ ਜੀ ਮਹਿੰਦਰਾ 585, ਜੋ ਕਿ ਆਪਾਂ ਮੋਸਟਲੀ ਇਹਨੂੰ ਅਸੀਂ ਹਰਾ ਵਗੈਰਾ ਲਿਆਉਣ ਦੇ ਵਿੱਚ ਜਾਂ ਕੋਈ ਨਿੱਕਾ ਮੋਟਾ ਖੇਤ ਦਾ ਤਾਂ ਕੋਈ ਜ਼ਿਆਦਾ ਜ਼ੋਰ ਵਾਲਾ ਕੰਮ ਨਾ ਹੋਵੇ ਉਹਦੇ ਵਿੱਚ ਇਹਨੂੰ ਵਰਤਦੇ ਹਾਂ ਅਸੀਂ। ਅਤੇ ਫਿਰ ਸਾਡੀ ਇਹ ਛੋਟੀ ਟਰਾਲੀ ਆ ਜਾਂਦੀ ਹੈ ਜਿਹਦੇ 'ਚ ਕਿ ਜਿਵੇਂ ਆਪਾਂ ਕੋਈ ਚੀਜ਼ ਢੋ ਢਵਾਈ ਕਰਨੀ ਹੋਵੇ, ਜਿਵੇਂ ਕੁਛ ਮਤਲਬ ਇਹਦੇ ਵਿੱਚ ਘੱਟੋ ਘੱਟ 4 ਤੋਂ 5 ਕੁਆਂਟਲ ਦਾ ਉੱਪਰ ਵੀ ਸਮਾਨ ਆ ਜਾਂਦਾ ਹੈ। ਮਤਲਬ ਆਮ ਖੇਤ 'ਚ ਸਮਾਨ ਲੈ ਕੇ? ਹਾਂਜੀ 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 ਹਾਂ। ਤੇ ਫਿਰ ਆਪਣਾ ਸਿੰਗਲ ਹਾਲ ਆ ਜਾਂਦਾ ਆ ਜੋ ਕਿ ਆਪਾਂ ਮਿੱਟੀ ਦੀ ਗੁਡਾਈ ਵਾਸਤੇ ਵਰਤਦੇ ਹਾਂ। ਇਹ ਕਿਹਦੇ ਨਾਲ, ਟਰੈਕਟਰ ਨਾਲ ਪਾ ਕੇ? ਹਾਂਜੀ ਹਾਂਜੀ ਹਾਂ, ਟਰੈਕਟਰ ਦੇ ਨਾਲ ਪਾ ਕੇ ਹੀ ਇਹ ਚੱਲਦਾ ਆ। ਇੱਕ ਵਾਰੀ ਨਾਲ ਦਿਖਾ ਦਿੰਦੇ ਆ। ਨਾਲ ਦੇਖੋ ਵੀ ਸਿੰਗਲ ਹਲ ਦਾ ਮਤਲਬ ਕਿ ਸਿਰਫ ਇੱਕ ਜਿਹੜਾ ਥੱਲੇ ਹਲ ਲੱਗਿਆ ਹੋਇਆ। ਤੇ ਇਹ ਕਿਸ ਕੰਮ ਲਈ ਆਉਂਦਾ ਮੋਸਟਲੀ ਸਿੰਗਲ? ਇਹ ਮੋਸਟਲੀ ਜੇ ਮਿੱਟੀ ਦੀ ਗੁਡਾਈ ਵਾਸਤੇ ਆਉਂਦਾ ਆ। ਆਪਾਂ ਗੰਨੇ ਦੇ ਵਿੱਚ ਜਾਂ ਕੋਈ ਜਿੱਦਾਂ ਸਪੋਜ਼ ਆਪਣੇ ਕੋਈ ਖਾਲ ਦੀ ਗੁਡਾਈ ਕਰਨੀ ਹੈ, ਜਾਂ ਫਿਰ ਆਪਣੇ ਕਿਤੇ ਕੋਈ ਆਲੂਆਂ ਦੇ ਵਿੱਚ ਮੋਸਟਲੀ ਜਿਵੇਂ ਆਪਾਂ ਕਿਸੇ ਤਰ੍ਹਾਂ ਦੀ ਕੋਈ ਗੁਡਾਈ ਕਰਨੀ ਹੈ, ਉਹਦੇ ਵਿੱਚ ਇਹ ਵਰਤਿਆ ਜਾਂਦਾ ਹੈ।
ਇਸ ਤੋਂ ਅੱਗੇ ਜੀ ਅਸੀਂ ਨਿਊ ਹੀ ਬਾਏ ਕੀਤਾ ਸੀਗਾ ਲਾਸਟ ਈਅਰ। ਇਹ ਜੀ ਗੰਨਾ ਬੀਜਣ ਵਾਸਤੇ ਹੈ ਤੇ ਤੁਸੀਂ ਦਿਖਾ ਸਕਦੇ ਹੋ ਜਿਹੜੀ ਇਹ ਚੀਜ਼ ਹੈ ਇਹ 4 ਫੁੱਟ ਤੇ ਜੀ ਇਦਾਂ ਖੁੱਲ ਜਾਂਦੀ ਆ। ਤਾਂ ਇਸ ਤੋਂ ਬਾਅਦ ਇਹ ਆਪਾਂ ਨੂੰ ਇੱਕ ਇਹਨੂੰ ਮਾਰਕਾ ਬੋਲਦੇ ਨੇ। ਜਦੋਂ ਇਹ ਮਾਰਕਾ ਲੱਗ ਜਾਂਦਾ ਤਾਂ ਫਿਰ ਇਹ 4-4 ਫੁੱਟ ਦੇ ਨਿਸ਼ਾਨ ਬਣ ਜਾਂਦੇ ਨੇ ਔਰ ਇਹ ਹਲਾਂ ਦੇ ਨਾਲ ਫਿਰ ਉਹ ਮਿੱਟੀ ਦੇ ਵਿੱਚੋਂ ਗੁਡਾਈ ਹੋ ਕੇ ਫਿਰ ਆਪਾਂ ਉਸ ਮਤਲਬ ਇਹ ਪ੍ਰੋਪਰ ਮੇਜਰਮੈਂਟ ਦੇ ਨਾਲ ਇਹਦੇ ਨਾਲ ਆਪਾਂ ਗੰਨੇ ਦੀ ਬਿਜਾਈ ਕਰਦੇ ਆਂ ਜੀ। ਕਿੰਨੇ ਫੁੱਟ ਤੇ ਬੀਜ ਦਿੰਦੇ ਗੰਨੇ? 4-4 ਫੁੱਟ ਤੇ। ਹਾਂਜੀ ਹਾਂਜੀ। ਇਹ ਨਹੀਂ ਹੈ ਕਿ ਤੁਸੀਂ ਜਿਹੜਾ ਤੁਹਾਡੇ ਕੋਲ ਸੰਦ ਆ ਹਰ ਇੱਕ ਮਤਲਬ ਬਿਜਾਈ ਵਾਸਤੇ ਸੰਦ? ਹਾਂਜੀ ਹਾਂਜੀ, ਬਿਕਾਜ਼ ਦੇਖੋ ਇਹ ਖੇਤੀ ਦਿਨ ਬ ਦਿਨ ਮਾਡਰਨ ਹੁੰਦੀ ਜਾ ਰਹੀ ਹੈ ਤਾਂ ਅੱਜ ਕੱਲ ਦਾ ਜੋ ਕਿਸਾਨ ਹੈ ਉਹਨੂੰ ਇਦਾਂ ਦੇ ਇਕਵਿਪਮੈਂਟਸ ਚਾਹੀਦੇ ਨੇ ਜੋ ਕਿ ਆਪਣੇ ਫੋਰਨ ਕੰਟਰੀਜ਼ ਵਿੱਚ ਵਰਤੀਆਂ ਜਾਂਦੀਆਂ ਨੇ। ਸੋ ਮੇਰੇ ਅਕੋਰਡਿੰਗ ਕਿ ਜਿਵੇਂ ਆਪਾਂ ਨੂੰ ਜਨਰੇਸ਼ਨ ਦੇ ਨਾਲ ਚੱਲਣਾ ਚਾਹੀਦਾ ਉਹਦੇ ਕਰਕੇ ਨਿਊ ਇਕਵਿਪਮੈਂਟਸ ਦੀ ਆਪਾਂ ਨੂੰ ਲੋੜ ਹੈ ਹੀ ਹੈ। ਬਿਕਾਜ਼ ਅਗਰ ਆਪਾਂ ਪੁਰਾਣੀ ਖੇਤੀ ਵੀ ਮੈਂ ਕਹਿੰਦੀ ਹਾਂ ਕਿ ਬਹੁਤ ਹੀ ਵਧੀਆ ਔਰ ਸੁੱਚੇ ਢੰਗ ਨਾਲ ਕੀਤੀ ਜਾਂਦੀ ਸੀ, ਬਟ ਅੱਜ ਕੱਲ ਦੇ ਟਾਈਮ ਜਦੋਂ ਆਪਾਂ ਮਤਲਬ ਬਹੁਤ ਜ਼ਿਆਦਾ ਆਪਣੀ ਬਿਜ਼ੀ ਲਾਈਫ ਹੈ ਸੋ ਉਹਦੇ ਵਾਸਤੇ ਨਿਊ ਇਕਵਿਪਮੈਂਟਸ ਆਪਾਂ ਨੂੰ ਬਹੁਤ ਲਾਭਦਾਇਕ ਨੇ। ਹਾਂਜੀ, ਕੀ ਹੈਗਾ ਤੁਹਾਡੇ ਕੋਲ? ਹੋਰ ਸਰ ਇਹ ਜਿੰਦਾ ਹੈਗਾ ਵੱਟਾਂ ਵਾਲਾ ਜਿੰਦਾ ਹੈ ਜਿਹਦੇ ਨਾਲ ਕਿ ਆਪਾਂ ਵੱਟਾਂ ਪਾਉਣੇ ਆ ਤਾਂ ਕਿ ਆਪਣੀ ਜੋ ਇਹਦੀ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਜਿੱਦਾਂ ਬਣੀ ਹੋਈ ਹੈ ਸ਼ੇਪ ਇਹਦੇ ਅਕੋਰਡਿੰਗ ਨਾਲ ਜੋ ਵੱਟਾਂ ਨੇ ਆਪਣੀਆਂ ਬਿਲਕੁਲ ਸਟ੍ਰੇਟ ਪੈ ਜਾਂਦੀਆਂ ਨੇ ਔਰ ਮਿੱਟੀ ਪ੍ਰੋਪਰਲੀ ਇਕੱਠੀ ਹੋ ਜਾਂਦੀ ਹੈ ਜੋ ਕਿ ਆਪਾਂ ਨੂੰ ਅੱਗੇ ਹੈ ਜੀ ਆਲੂ ਪੱਟਣੇ ਵਾਲੀ ਮਸ਼ੀਨ ਹੈ। ਸੋ ਇਹਦੇ ਨਾਲ ਇਹ ਮਤਲਬ ਪੋਟੈਟੋ ਡਿਗਰ ਹੈ, ਇਹਦੇ ਨਾਲ ਆਪਾਂ ਆਲੂ ਪੱਟਦੇ ਆ ਤੇ ਉਸ ਤੋਂ ਅੱਗੇ ਜਾਓਗੇ ਇਹ ਆ ਵੀ ਹੁਣ ਹੱਥਾਂ ਨਾਲ ਪੱਟਣ ਦੀ ਮਸ਼ੀਨ ਨਾਲ? ਹਾਂਜੀ ਹਾਂਜੀ ਹਾਂ, ਬਿਲਕੁਲ ਬਿਲਕੁਲ ਜੀ ਹਾਂ। ਤੇ ਉਹਦੇ ਬੈਕ ਸਾਈਡ ਤੇ ਵੀ ਤੁਸੀਂ ਸੇਮ ਉਹੀ ਮਸ਼ੀਨ ਹੈ ਤੇ ਆਪਣੇ 2 ਪੋਟੈਟੋ ਡਿਗਰਸ ਨੇ ਜਿਹਦੇ ਨਾਲ ਕੀ ਫਰਕ ਕੀ ਆ ਬੈਕ ਵਾਲੀ ਮਸ਼ੀਨ ਦਾ? ਸਰ ਫਰਕ ਕੋਈ ਨਹੀਂ ਹੈ ਤੇ ਬਸ ਇਹ ਆ ਕਿ ਉਹਨਾਂ ਦੀ ਜਿਹੜੀ ਆਪਾਂ ਕਹਿ ਸਕਦੇ ਆ ਕਿ ਲਿਵਰ ਜ਼ਿਆਦਾ ਹੋਣ ਕਰਕੇ ਥੋੜੀ ਜਿਵੇਂ ਤੇਜ਼ੀ ਉਹਦੇ 'ਚ ਜ਼ਿਆਦਾ ਆ ਗਈ ਹੈ ਨਾ, ਇਹ ਡਿਫਰੈਂਸ ਹੈ, ਹੋਰ ਕੋਈ ਡਿਫਰੈਂਸ ਨਹੀਂ ਹੈ। ਅਗਲੀ ਮਸ਼ੀਨ ਕੀ ਹੈ ਸਾਡੇ ਕੋਲ? ਸੋ ਉਸ ਤੋਂ ਅੱਗੇ ਹੈ ਜੀ ਤਵੀਆਂ ਵਾਲਾ ਜਿੰਦਾ ਜੋ ਕਿ ਸੇਮ ਐਜ਼ ਇਟ ਇਜ਼ ਜਿਵੇਂ ਆਪਾਂ ਮਤਲਬ ਕਹੀਏ ਕਿ ਵੱਟਾਂ ਪਾਉਣ ਨੂੰ ਹੀ ਹੁੰਦਾ ਆ ਤੇ ਉਹਦੇ ਨਾਲ ਇਹ ਆ ਕਿ ਮਿੱਟੀ ਜਿਹੜੀ ਆ ਪ੍ਰੋਪਰਲੀ ਡਿਗ ਹੋ ਜਾਂਦੀ ਆ। ਸੋ ਉਹ ਉਹਦੇ ਵਾਸਤੇ ਹੈ। ਹਾਂਜੀ, ਉਹ ਰੀਪਰ ਆ ਜੀ। ਉਹ ਜਿੱਦਾਂ ਆਪਣੇ ਜਦੋਂ ਆਪਣੇ ਜੀਰੀ ਲੱਗਦੀ ਹੈ ਜੀਰੀ ਤੋਂ ਬਾਅਦ ਹਨਾ ਜੀ ਆਪਾਂ ਕਈ ਵਾਰੀ ਅੱਜ ਕੱਲ ਪਰਾਲੀ ਨੂੰ ਹਨਾ ਤੇ ਉਹਨੂੰ ਆਪਾਂ ਕਈ ਤੇ ਗੱਠਾ ਬਣਾ ਲੈਂਦੇ ਨੇ। ਗੱਠਾਂ ਤੋਂ ਪਹਿਲਾਂ ਜਾਨੀ ਉਹ ਰੀਪਰ ਹੈ ਜੋ ਕਿ ਥੱਲਿਓਂ ਕੰਡਿਆਂ ਤੋਂ ਉਹ ਕਟਾਈ ਕਰ ਦਿੰਦਾ ਉਹਦੇ ਥੱਲੇ ਬਲੇਡ ਲੱਗੇ ਹੋਏ ਨੇ ਜੋ ਕਿ ਕਟਾਈ ਹੋ ਜਾਂਦੀ ਹੈ ਸਾਰੀ ਤੇ ਫਿਰ ਉਹ ਆਪਾਂ ਨੂੰ ਸੌਖਾ ਹੋ ਜਾਂਦਾ ਹੈ ਵਾਹੁਣ ਵਿੱਚ ਵੀ ਤੇ ਗੱਠਾ ਬਣਵਾਉਣ ਵਿੱਚ ਵੀ। ਤੇ ਉਸ ਤੋਂ ਅੱਗੇ 2 ਹਲ ਆ ਜਾਂਦੇ ਨੇ ਜੀ, ਠੀਕ ਹੈ ਜੀ। ਪਿੱਛੇ ਬੜਾ ਹੈ ਜੀ, ਉਸ ਤੋਂ ਅੱਗੇ ਛੋਟਾ ਹੈ ਜੀ। ਇਹਦਾ ਕੋਈ ਫਰਕ ਹੁੰਦਾ ਵੱਡੇ ਛੋਟੇ ਹਲ ਦਾ ਜਾਂ ਸਿਰਫ ਸਾਈਜ਼ ਦਾ ਹੀ ਫਰਕ ਹੈ ਜੀ, ਹੋਰ ਜ਼ਿਆਦਾ ਕੋਈ ਫਰਕ ਨਹੀਂ ਹੈ, ਬਸ ਸਾਈਜ਼ ਦਾ ਹੀ ਡਿਫਰੈਂਸ ਹੈ। ਤੇ ਅੱਗੇ ਕੀ ਆ ਸਰ ਇਹ ਹੈਗੀ ਹੈ ਜੀ, ਇਹ ਵੱਟਾਂ ਪਾਉਣੇ ਵਾਲਾ ਹੀ ਆ। ਆਲੂਆਂ ਦੀਆਂ ਵੱਟਾਂ ਪਾ ਸਕਦੇ ਹਾਂ ਆਪਾਂ ਇਹਨਾਂ ਨਾਲ। ਕੁੱਲ ਮਿਲਾ ਕੇ ਜਿਹੜਾ ਹਾਂਜੀ ਇਹ ਤੁਹਾਡੇ ਕੋਲ ਜਿਹੜੀਆਂ ਵੱਟਾਂ ਪਾਉਣ ਵਾਸਤੇ ਤੁਸੀਂ ਜਿਹੜੀਆਂ 3-4 ਤਰ੍ਹਾਂ ਦੀਆਂ ਹਾਂਜੀ 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 ਬਿਕਾਜ਼ ਦੇਖੋ ਹਰ ਇੱਕ ਫਸਲ ਦੀ ਅਲੱਗ ਤਰ੍ਹਾਂ ਤੋਂ ਹੀ ਵੱਟ ਪੈਂਦੀ ਹੈ। ਬਿਕਾਜ਼ ਦੇਖਿਆ ਜਾਵੇ ਤਾਂ ਮੱਕੀ ਬੀਜਣ ਵਾਸਤੇ ਉਹਦੀ ਥੋੜੀ ਚੌੜਾ ਹੁੰਦੀ ਆ ਹਨਾ ਤੇ ਆਪਾਂ ਆਲੂਆਂ ਵਾਸਤੇ ਥੋੜੀ ਘੱਟ ਹੁੰਦੀ ਹੈ ਚੌੜੀ ਤੇ ਹੋਰ ਆਮ ਅਗਰ ਨਾਰਮਲ ਵੱਟਾਂ ਪਾਉਣੀਆਂ ਨੇ ਉਹ ਹੋਰ ਤਰੀਕੇ ਦੀਆਂ ਹੁੰਦੀਆਂ ਨੇ। ਸੋ ਮੇਨ ਚੀਜ਼ ਇਹ ਹੈ ਕਿ ਜਿਹੜਾ ਅਗਰ ਵੱਟ ਸਹੀ ਖੜੀ ਹੋਏਗੀ ਸਹੀ ਤਰੀਕੇ ਨਾਲ ਪਾਈ ਹੋਏਗੀ ਤਾਂ ਪਾਣੀ ਤਾਂ ਹੀ ਖੜੇਗਾ, ਅਗਰ ਪਾਣੀ ਖੜੇਗਾ ਤਾਂ ਫਸਲ ਤਾਂ ਹੀ ਹੋਏਗੀ। ਸੋ ਮੇਨ ਉਹਦੇ ਕਰਕੇ ਹੀ ਆਪਾਂ ਨੂੰ ਇੰਨੇ ਜਿਹੜੇ ਔਜ਼ਾਰ ਨੇ ਜਾਨੀ ਵੱਟਾਂ ਵਾਸਤੇ ਆਪਾਂ ਰੱਖੇ ਹੋਏ ਨੇ। ਦੇਖੋ ਇਹ ਗੱਲ ਜ਼ਰੂਰ ਜਿਹੜੀ ਬਖੂਬੀ ਅੱਜ ਇਹਨਾਂ ਤੋਂ ਜਾਣਕਾਰੀ ਹਾਸਲ ਕਰੀ ਹੈ। ਨਹੀਂ ਸਾਡੇ ਲਈ ਤਾਂ ਜਿਹੜੀ ਵੱਟ ਇੱਕੋ ਜਿਹੀ ਨਜ਼ਰ ਆਉਂਦੀ ਆ, ਪਰ ਇਹਨਾਂ ਨੇ ਜਿਵੇਂ ਦੱਸਿਆ ਕਿ ਹਰ ਵੱਟ ਪਾਉਣ ਨੂੰ ਅਲੱਗ-ਅਲੱਗ ਤਰੀਕੇ ਦੇ ਵੱਟਾਂ ਪਾਉਣ ਦੇ ਜਿਹੜੇ ਸੰਦ ਨੇ 3 ਤਰੀਕੇ ਦੇ ਤਾਂ ਇਹਨਾਂ ਕੋਲ ਹੀ ਜਿਹੜੇ ਰੱਖੇ ਹੋਏ ਨੇ। ਸੋ ਇਹਨਾਂ ਵਾਸਤੇ ਫਿਰ ਨੌਲੇਜ ਵੀ ਬੜੀ ਇਕੱਠੀ ਕਰਨੀ ਪਈ ਹੋਣੀ ਆ, ਪੜ੍ਹਨਾ ਹਾਂਜੀ ਹਾਂਜੀ ਬਸ ਹਸਬੈਂਡ ਕਿਉਂਕਿ ਹਸਬੈਂਡ ਤੋਂ ਪਹਿਲਾਂ ਉਹਨਾਂ ਦੇ ਵੱਡੇ ਬ੍ਰਦਰ ਸੀਗੇ ਜੀ, ਉਹ ਇਸ ਟਾਈਮ ਕੈਨੇਡਾ ਨੇ, ਉਹਨਾਂ ਦਾ ਉੱਥੇ ਬਿਜ਼ਨਸ ਸੈੱਟ ਹੈ ਹਨਾ ਜੀ। ਉਹਨਾਂ ਤੋਂ ਪਹਿਲਾਂ ਵੀਰ ਜੀ ਨੇ ਅਸਲ 'ਚ ਜੋ ਮੇਰੇ ਬ੍ਰਦਰ ਦੇ ਵੱਡੇ ਵੀਰ ਜੀ ਨੇ ਉਹਨਾਂ ਨੇ ਬਹੁਤ ਜ਼ਿਆਦਾ ਸਟੱਡੀ ਕੀਤੀ ਖੇਤੀ ਬਾਰੇ। ਈਵਨ ਕਿ ਜਦੋਂ ਉਹ ਬਾਹਰ ਗਏ ਨੇ, ਬਾਹਰ ਜਾਣ ਤੋਂ ਪਹਿਲਾਂ ਉਹਨਾਂ ਨੇ ਮੇਰੇ ਹਸਬੈਂਡ ਨੂੰ ਪ੍ਰੋਪਰ ਕਲਾਸਿਸ ਲਗਾਉਂਦੇ ਹੁੰਦੇ ਸੀ ਚਾਰਟ ਬਣਾ ਕੇ ਕਿ ਕਿਹੜੀ ਫਸਲ 'ਤੇ ਕਿਹੜੀ ਸਪਰੇਅ ਹੋਣੀ ਹੈ, ਕਿਹੜੀ ਚੀਜ਼ ਨੂੰ ਆਪਾਂ ਕਿੱਦਾਂ ਵਰਤਣਾ ਹੈ। ਸੋ ਮੇਰੇ ਹਸਬੈਂਡ ਨੇ ਉਹਨਾਂ ਨੇ ਆਪਣੇ ਬ੍ਰਦਰ ਤੋਂ ਸਿੱਖਿਆ ਤੇ ਮੈਂ ਆਪਣੇ ਹਸਬੈਂਡ ਤੋਂ ਸਿੱਖਿਆ। ਹਾਂਜੀ ਹਾਂ, ਸ਼ੌਂਕ ਜਾਣ ਕੇ ਤੁਹਾਨੂੰ ਖੁਦ ਸੀ ਇਹ ਸਾਰੇ ਸੰਦ? ਹਾਂਜੀ ਹਾਂਜੀ ਹਾਂ, ਸ਼ੌਂਕ ਤਾਂ ਹੀ ਬਸ ਤੁਹਾਨੂੰ ਦੱਸਿਆ ਕਿ ਬਾਅਦ ਚ ਜਦੋਂ ਆਪਣਾ ਪਤਾ ਕਿ ਆਪਣੇ ਜੀਵਨ ਸਾਥੀ ਦਾ ਇਹ ਕੀਤਾ ਤਾਂ ਸ਼ੌਂਕ ਤਾਂ ਫਿਰ ਆਟੋਮੈਟਿਕਲੀ ਉਹ ਤਾਂ ਪੈਣਾ ਹੀ ਸੀਗਾ ਹੀ। ਹੋਰ ਆਪਾਂ ਚੱਲਦੇ ਆ ਅੱਗੇ, ਹੋਰ ਕਿਹੜੇ ਜਿਹੜੇ ਤੁਹਾਡੇ ਸੰਦ ਨੇ ਜਿਹੜੇ ਸਭ ਤੋਂ ਲਾਸਟ 'ਚ ਕੀ ਆ ਕਿਸੇ ਲਾਸਟ ਤੇ ਆ ਜੀ ਉਹਦੇ ਨਾਲ ਆਪਾਂ ਆਲੂ ਦੀ ਬਿਜਾਈ ਕਰਦੇ ਆ
ਤੇ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਕ ਸਾਈਡ ਤੇ ਉਹਦੇ ਚ ਡਾਈ ਉਹ ਪੈਂਦਾ ਆ ਪੋਟਾਸ਼ੀਅਮ ਵਗੈਰਾ, ਤੇ ਪਿੱਛੇ ਉਹਨਾਂ ਦੇ ਆਲੂ ਦੇ ਜਿਹੜੇ ਸੀਡਸ ਨੇ ਉਹ ਰੱਖੇ ਜਾਂਦੇ ਨੇ ਐਂਡ ਪਿੱਛੇ ਬੈਠਣ ਵਾਸਤੇ ਲੱਗੇ ਬਈਏ ਬੈਠ ਕੇ, ਤੇ ਉਹਨਾਂ ਦੇ ਫਿਰ ਮਤਲਬ ਕੱਲੇ ਕੱਲੇ ਸਿੰਗਲ ਦੇਖ ਕੇ ਫਿਰ ਉਹਦੀ ਪੋਟੈਟੋ ਮਤਲਬ ਉਹੀ ਆਪਾਂ ਕਹਿ ਸਕਦੇ ਹਾਂ ਕਿ ਬੀਜਣ ਵਾਸਤੇ ਹੈ। ਉਹ ਪਟਾਈ ਵਾਸਤੇ ਸੀਗਾ ਜੀ, ਹਾਂਜੀ ਉਹ ਪਟਾਈ ਵਾਸਤੇ ਸੀਗਾ, ਬੀਜਣੇ ਵਾਸਤੇ ਸੀਗੀਆਂ, ਹਾਂਜੀ ਹਾਂ। ਸੋ ਇਹ ਦੇਖ ਸਕਦੇ ਹੋ ਕਿ ਪਿੱਛੇ ਜਿਹੜਾ ਉਹ ਪਟਾਈ ਵਾਸਤੇ ਜਿਹੜਾ ਨਾਲ ਬੀਜਣ ਵਾਸਤੇ ਅਲੱਗ ਤੋਂ ਹਰ ਮਸ਼ੀਨਰੀ ਯਾਨੀ ਕਿ ਅਵੇਲੇਬਲ ਹੈਗੀ ਆ। ਹੁਣ ਇਹ ਨਹੀਂ ਹੈ ਕਿ ਉਹ ਪੁਰਾਣੀ ਖੇਤੀ ਰਹੀ ਹੈ ਕਿ ਹੱਥਾਂ ਨਾਲ ਤੁਸੀਂ ਜਿਹੜੀਆਂ ਉਹ ਖੇਤੀ ਕਰੋਗੇ, ਤੇ ਹਰ ਚੀਜ਼ ਦਾ ਜਿਹੜਾ ਫਰਕ ਹੈਗਾ। ਤੇ ਹੁਣ ਇਹ ਪੋਟੈਟੋ ਜਿਹੜੀ ਬੀਜਣ ਵਾਸਤੇ ਮਸ਼ੀਨ, ਉਸ ਤੋਂ ਅੱਗੇ ਕੀ ਹੈਗਾ ਸਰ? ਇਹ ਆਪਣੇ ਆ ਜਾਂਦਾ ਆ ਜੀ, ਇਹ ਮਤਲਬ ਜਿਵੇਂ ਆਪਣੇ ਗੰਨਾ ਹੋ ਗਿਆ ਉਹਦੀ ਗਡਾਈ ਵਾਸਤੇ, ਹਾਂਜੀ ਗੰਨੇ ਦੇ ਵਿੱਚ ਜਿਵੇਂ ਆਪਾਂ ਗੰਨਾ ਬੀਜ ਦਿੱਤਾ, ਉਸ ਤੋਂ ਬਾਅਦ ਸਪੋਜ਼ ਆਪਾਂ ਕਣਕ ਥੱਲੇ ਵੀ ਗੰਨਾ ਲਗਾ ਰਹੇ ਹਾਂ, ਤਾਂ ਉਹਨੂੰ ਆਪਾਂ ਗੁੱਡਣ ਵਾਸਤੇ ਪਿੱਛੇ ਜਿਹੜੇ ਪਏ ਨੇ ਇਹ ਮਸ਼ੀਨਰੀ ਆਪਾਂ ਯੂਜ਼ ਕਰਦੇ ਆ, ਤਾਂ ਕਿ ਉਹਦੇ ਵਿੱਚ ਮਤਲਬ ਜਿਹੜੀ ਇੱਕ ਸੋਇਲ ਇਰੋਜਨ ਹੀ ਹੁੰਦੀ ਹੈ ਹਨਾ, ਸੋਇਲ ਇਰੋਜਨ ਹੋਣ ਕਰਕੇ ਆਪਾਂ ਨੂੰ ਇਹ ਹੁੰਦਾ ਕਿ ਆਪਣੀ ਜਿਹੜੀ ਮਿੱਟੀ ਆ ਉਹ ਉਪਜਾਊ ਰਹੇ। ਤਾਂ ਉਹਨੂੰ ਬਸ ਇੱਕ ਆਪਾਂ ਕਹਿ ਸਕਦੇ ਹਾਂ ਕਿ ਹਵਾ ਵੀ ਲਵਾਉਣ ਵਾਸਤੇ ਜਾਂ ਉਹਨੂੰ ਗੁੱਡਣ ਵਾਸਤੇ ਉਹ ਪਿਛਲਾ ਵਰਤਿਆ ਜਾਂਦਾ ਆ। ਜਿਹੜੇ ਤਵੀਆਂ ਨੇ ਮੇਨ ਮਤਲਬ ਆਪਾਂ ਇਹਦੇ ਨਾਲ ਵਾਹ ਵਹਾਈ ਕਰਦੇ ਆ, ਇਹਦੇ ਨਾਲ ਆਪਾਂ ਵਾਹੁੰਦੇ ਆ। ਮੁੱਖ ਅੰਗ ਹੈ ਕਹਿ ਦਈਏ। ਹਾਂਜੀ ਇਹ ਮਤਲਬ ਵਨ ਆਫ ਦਾ ਮੁੱਖ ਅੰਗ ਹੈ, ਵਨ ਆਫ ਦਾ ਇੰਪੋਰਟੈਂਟ ਮਸ਼ੀਨਰੀਜ਼ ਇਨ ਐਗਰੀਕਲਚਰ ਆਪਾਂ ਇਹ ਕਹਿ ਸਕਦੇ ਹਾਂ। ਇਹ ਮਤਲਬ ਇਹਦੇ ਨਾਲ ਜਿਹੜਾ ਹੈਗਾ ਖੇਤ ਜੇ ਵਾਹੁਣਾ ਹੈ। ਹਾਂਜੀ 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 ਹਾਂ, ਮਤਲਬ ਇਹ ਆ ਕਿ ਹਲ ਹੋ ਗਏ ਫਿਰ ਤਵੀਆਂ ਹੋ ਗਈਆਂ ਜੀ ਹਨਾ। ਸੋ ਇਹ ਹੀ ਆਪਾਂ ਵਰਤਦੇ ਆ ਜੀ ਇਹਨਾਂ ਨੂੰ ਵਾਹੁਣ ਵਾਸਤੇ। ਸੋ ਅਲੱਗ-ਅਲੱਗ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੈਕਸ਼ਨ ਆ, ਤਾਂ ਹਜੇ ਸੈਕਸ਼ਨ ਹੋਰ ਵੀ ਨੇ ਬਹੁਤ ਸਾਰੇ ਇਹਨਾਂ ਨੇ ਜਿਹੜੇ ਸੰਦ ਰੱਖੇ। ਹੁਣ ਅੱਗੇ ਚੱਲਦੇ ਆ ਤੇ ਅੱਗੇ ਕੀ ਹੈਗਾ ਸਰ? ਇਹ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਸਟੋਰੇਜ ਹੈ ਨਾ, ਸਕੰਜਾ। ਤੇ ਇਹਨੂੰ ਆਪਾਂ ਜਾਨੀ ਜਿੱਦਾਂ ਆਪਾਂ ਖੇਤਾਂ ਵਿੱਚ ਲੈ ਕੇ ਜਾਣੇ ਆ, ਕੁਝ ਥੈਲੇ ਆਪਾਂ ਡਾਈ ਦੇ ਪਾਉਣੇ ਆ, ਮਤਲਬ ਆਪਾਂ ਇਹਦੇ ਵਿੱਚ ਸਮਾਨ ਲੋਡ ਕਰਕੇ ਲੈ ਕੇ ਜਾ ਸਕਦੇ ਆ। ਇਹ ਟਰੈਕਟਰ ਦੇ ਪਿੱਛੇ ਲੋਡਰ ਕਹਿ ਸਕਦੇ ਆ, ਟਰੈਕਟਰ ਪਿੱਛੇ। ਹਾਂਜੀ ਹਾਂਜੀ ਇਹਨੂੰ ਸਕੰਜਾ ਬੋਲ ਦਿੰਦੇ ਆ ਆਪਾਂ। ਤੇ ਇਹ ਟਰੈਕਟਰ ਦੇ ਪਿੱਛੇ ਲੋਡ ਕਰਕੇ ਆਪਾਂ ਇਹਨੂੰ ਲੈ ਕੇ ਜਾਂਦੇ, ਜਿਵੇਂ ਕੋਈ ਆਪਣੇ ਮੱਝਾਂ ਗਾਵਾਂ ਵਾਸਤੇ ਕੱਖ ਕੰਡਾ ਵੀ ਲਿਆਉਣਾ ਤਾਂ ਇਹਦੇ ਵਿੱਚ ਲੈ ਆਉਂਦੇ ਆ। ਹਾਂਜੀ ਹਾਂਜੀ ਮਤਲਬ ਇਹ ਸੌਖਾ ਤਰੀਕਾ ਹੈਗਾ ਢੋਟ ਭਾਈਏ ਵਾਲਾ। ਜੀ 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 ਜੀ। ਉਸ ਤੋਂ ਅੱਗੇ ਫਿਰ ਕਿਹੜਾ ਜਿਹੜਾ ਤੁਹਾਡਾ ਸਰ? ਉਸ ਤੋਂ ਅੱਗੇ ਆਪਣਾ ਆ ਜਾਂਦਾ ਆ ਜੀ ਇਹ ਸੁਹਾਗਾ, ਤੇ ਇਹ ਆ ਜੀ ਲੋਹੇ ਦਾ ਸੁਹਾਗਾ। ਇੱਕ ਲੱਕੜ ਦੇ ਵੀ ਆਉਂਦੇ ਨੇ ਤੇ ਆਪਣੇ ਇੱਕ ਹੋਰ ਵੀ ਹੈ ਇਸ ਤੋਂ ਇਲਾਵਾ ਵੀ ਸੁਹਾਗਾ ਆ, ਜੋ ਕਿ ਉਧਰ ਸਾਈਡ ਤੇ ਪਿਆ ਲੱਕੜ ਵਾਲਾ ਤੁਸੀਂ ਦੇਖੋਗੇ। ਤੇ ਇਹਦੇ ਨਾਲ ਆਪਾਂ ਜਿਵੇਂ ਪੱਧਰ ਕਰਦੇ ਆ, ਇਹ ਪੱਧਰ ਵਾਸਤੇ ਮਤਲਬ ਟਰੈਕਟਰ ਮਗਰ ਲਾ ਕੇ ਹਾਂਜੀ ਹਾਂਜੀ ਹਾਂ ਇਹ ਪੱਧਰ ਕਰਦੇ ਆ ਆਪਾਂ ਇਹਨੂੰ ਟਰੈਕਟਰ ਦੇ ਪਿੱਛੇ ਪਾ ਕੇ। ਹਾਂਜੀ ਅਗਲੇ ਸੈਕਸ਼ਨ ਚੱਲਦੇ ਆ ਤੇ ਫਿਰ ਇਹ ਸਾਰੀਆਂ ਤਵੀਆਂ ਹੀ ਨਜ਼ਰ ਆ ਰਹੀਆਂ ਕੁਝ? ਨਹੀਂ ਨਹੀਂ ਜੀ, ਇਹ ਹੈਗੇ ਨੇ 2 ਤਵੀਆਂ ਨੇ ਜੋ ਕਿ ਆਪਾਂ ਕੱਦੂ ਦੇ ਟਾਈਮ ਮੋਸਟਲੀ ਯੂਜ਼ ਕਰਦੇ ਆ। ਤੇ ਇਹਨਾਂ ਦੇ ਪਿੱਛੇ ਹੀ ਤੁਸੀਂ ਇਹ ਦੇਖ ਰਹੇ ਹੋਵੋਗੇ ਜਿਹੜੀ ਇਹ ਲੱਗੀ ਹੋਈ ਹੈ, ਇਹਦੇ ਨਾਲ ਇਹ ਮਤਲਬ ਪਿੱਛੋਂ ਲੈਵਲ ਵੀ ਹੋਈ ਜਾਂਦੇ ਆ ਖੇਤ, ਤੇ ਨਾਲੇ ਆਪਾਂ ਵਾਹੁੰਦੇ ਆ। ਠੀਕ ਹੈ, ਵਾਹੁਣ ਵਾਸਤੇ ਜਿਹੜਾ ਇਹ ਤਵੀਆਂ ਸਪੈਸ਼ਲ ਜਿਹੜੀਆਂ ਅਸੀਂ ਕਹੀਏ ਕਿ ਹਾਂਜੀ ਜੀ ਜੀ ਜੀ। ਡਿਫਰੈਂਸ ਕੀ ਆ ਦੂਜੀਆਂ ਤਵੀਆਂ ਕਿ ਸੇਮ ਹੀ ਹੁੰਦਾ? ਨਹੀਂ ਡਿਫਰੈਂਸ ਇਹ ਆ ਜੀ, ਮਤਲਬ ਦੇਖੋ ਜੀ ਇਹਨਾਂ ਦੀਆਂ ਤਵੀਆਂ ਤੁਸੀਂ ਦੇਖ ਸਕਦੇ ਹੋ ਕਿ ਸ਼ੇਪ ਹੀ ਡਿਫਰੈਂਟ ਹੈ ਹਨਾ ਜੀ। ਸੋ ਉਹਦੇ ਇਹ ਆ ਕਿ ਉਹ ਵੀ ਕੱਦੂ ਵਿੱਚ ਯੂਜ਼ ਹੋ ਜਾਂਦੀਆਂ ਨੇ, ਬਟ ਇਹਦੇ ਨਾਲ ਇਹ ਆ ਕਿ ਪਿੱਛੇ ਜਿਹੜਾ ਲੈਵਲ ਕਰਨ ਵਾਸਤੇ ਆਪਾਂ ਕਹਿ ਸਕਦੇ ਆ ਕਿ ਇੱਕ ਚੀਜ਼ ਲੱਗੀ ਹੈ, ਉਹਦੇ ਨਾਲ ਇਹ ਕਿ ਪਾਣੀ ਦਾ ਜਿਹੜਾ ਵਹਾਅ ਹੈ ਉਹ ਇਹਦੇ ਨਾਲ ਸਹੀ ਆਉਂਦਾ ਹੈ। ਸੋ ਤਾਂ ਕਿ ਆਪਣੇ ਖੇਤ ਲੈਵਲ ਰਹਿਣ, ਬਿਕੋਜ਼ ਅਗਰ ਕੱਦੂ ਦੇ ਉਹ ਖੇਤ ਨਹੀਂ ਲੈਵਲ ਹੋਏਗਾ ਤਾਂ ਪਾਣੀ ਖੜੇਗਾ ਨਹੀਂ ਹਨਾ ਜੀ। ਤਾਂ ਕਰਕੇ ਇਹ ਤਵੀਆਂ ਸਪੈਸ਼ਲੀ ਕੱਦੂ ਦੇ ਵਿੱਚ ਯੂਜ਼ ਹੁੰਦੀਆਂ ਨੇ। ਵੱਖ-ਵੱਖ ਸੰਦਾਂ ਦੀ ਗੱਲ ਚੱਲਦੀ ਹੈ। ਰਮਨ ਜੀ ਇਹ ਕੀ ਸੰਦ ਹੈਗਾ ਤੁਹਾਡੇ ਕੋਲ? ਗੰਨੇ ਵਾਲੇ ਹੱਲ ਨੇ ਜੀ। ਇਹਦੇ ਜਿੱਦਾਂ ਤੁਸੀਂ ਪਹਿਲਾਂ ਦੇਖਿਆ ਜੀ, ਜਿਹੜੀ ਤੁਸੀਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਨਿਊ ਲਈ ਹੈ ਅਸੀਂ ਮਸ਼ੀਨ, ਉਹ ਸੀਗੀ ਜੀ 4 ਫੁੱਟ ਤੇ ਅਗਰ ਆਪਾਂ ਗੰਨਾ ਬੀਜਣਾ ਹੋਵੇ। ਇਹ ਆਪਾਂ 2.5 ਫੁੱਟ ਤੇ ਗੰਨਾ ਬੀਜਦੇ ਹਾਂ ਜੀ ਇਹਦੇ ਨਾਲ। ਤਾਂ ਇਹ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਆ ਲੱਗੇ ਹੋਏ ਨੇ ਇਹ 2.5 ਫੁੱਟ ਤੇ ਲੱਗੇ ਹੋਏ ਨੇ, ਤਾਂ ਕਿ ਆਪਾਂ ਜਿਹੜੀ ਗੰਨੇ ਦੀ ਬਿਜਾਈ ਆ ਉਹ ਸੰਘਣੇ ਤਰੀਕੇ ਨਾਲ ਕਰ ਸਕੀਏ। ਇਹ ਉਹਦੇ ਵਾਸਤੇ ਅਲੱਗ-ਅਲੱਗ ਜਿਹੜੇ ਰੱਖੇ ਆ। ਕੁਝ ਲੱਕੜ ਦਾ ਵੀ ਨਜ਼ਰ ਆ ਰਿਹਾ ਆ ਪਿੱਛੇ ਪਿਆ। ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਜਿਵੇਂ ਉਹ ਲੋਹੇ ਦਾ ਸੀਗਾ ਜੀ, ਇਹ ਲੱਕੜ ਦਾ ਸੁਹਾਗਾ ਆ। ਸੋ ਇਹਨੂੰ ਆਪਾਂ ਸੁਹਾਗੇ ਦੇ ਵਾਂਗੂ ਹੀ ਵਰਤਦੇ ਆ। ਕੀ ਫਰਕ ਕੀ ਹੁੰਦਾ ਲੱਕੜ ਤੇ ਲੋਹੇ ਦੇ ਵਿੱਚ? ਜਿੱਦਾਂ ਲੱਕੜ ਦਾ ਇਹਦੇ 'ਚ ਥੋੜਾ ਜ਼ੋਰ ਵੱਧ ਪੈਮਾ ਲੱਗਦਾ ਹੈ ਹਨਾ ਜੀ। ਇਹ ਜਿਵੇਂ ਆਪਣੀ ਜਿਹੜੀ ਮਿੱਟੀ ਆ ਤੁਸੀਂ ਦੇਖ ਸਕਦੇ ਹੋ ਕਿ ਇਹਦੇ 2 ਬਣੇ ਹੋਏ ਨੇ ਹਨਾ ਜੀ, ਤੇ ਉਹਦੇ ਕਰਕੇ ਇਹਦੇ ਜ਼ੋਰ ਵੱਧ ਮਾਰਦਾ ਹੈ ਇਹ ਸੁਹਾਗਾ। ਹਾਂਜੀ ਵਧੀਆ ਤਰੀਕੇ ਨਾਲ ਕਹਿ ਦਈਏ ਕਿ ਹਾਂਜੀ 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 ਜੀ 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 ਜੀ।
ਸੋ ਬਿਲਕੁਲ ਰਮਨ ਜੀ ਉਹਨਾਂ ਦਾ ਇੱਕੋ ਸੈਕਸ਼ਨ ਜਾਂ ਅਗਲਾ ਸੈਕਸ਼ਨ ਵੀ ਹੋਰ ਹੈਗਾ ਹੈ ਇੱਕ ਨਾਲ? ਅੱਗੇ ਜੀ ਕੁਛ ਕੁ ਚੀਜ਼ਾਂ ਅੱਗੇ ਵੀ ਖੜੀਆਂ ਨੇ, ਬਟ ਮੋਸਟਲੀ ਜੋ ਵਰਤੀਆਂ ਜਾਂਦੀਆਂ ਨੇ ਡਿਊਰਿੰਗ ਆਪਾਂ ਕਹਿ ਸਕਦੇ ਹਾਂ ਕਿ ਵਾਹ ਵਹੀਏ ਵਾਸਤੇ ਜਾਂ ਬਿਜਾਈ ਵਾਸਤੇ, ਉਹ ਇਹੀ ਸੈਕਸ਼ਨ ਹੈ। ਤੇ ਅੱਗੇ ਕੁਛ ਇਦਾਂ ਦੇ ਇਕਵਿਪਮੈਂਟਸ ਹੋਰ ਵੀ ਨੇ ਜੋ ਤੁਹਾਨੂੰ ਜਾਗਰੂਕ ਕਰਾਵਾਂਗੇ। ਇਸ ਤਰੀਕੇ ਨਾਲ ਦੱਸ ਰਹੇ ਨੇ, ਖੁਦ ਇੰਨੀ ਨੌਲੇਜ ਹੋਣੀ ਇੱਕ ਵੱਡੀ ਗੱਲ ਹੈ ਕਿ ਦੇਖ ਸਕਦੇ ਹੋ ਕਿ ਸਾਰੇ ਇਹ ਸੰਦ ਨੇ ਜਿਹੜੇ ਖੇਤੀਬਾੜੀ ਦੇ ਸੰਦ ਇੱਥੇ ਰੱਖੇ ਹੋਏ ਨੇ। ਇੱਕ ਵੱਡੀ ਜਿਹੜੀ ਇੱਕ ਛੱਤ ਬਣਾ ਕੇ ਕਹੀਏ, ਇੱਕ ਵੱਡਾ ਵਿਹੜਾ ਬਣਾ ਕੇ ਇਹ ਸਾਰੇ ਸੰਦ ਇੱਥੇ ਘਰ ਦੇ ਵਿੱਚ ਮੌਜੂਦ ਨੇ। ਹਾਲਾਂਕਿ ਆਮ ਕਰਕੇ ਜੇ ਗੱਲ ਕਰੀਏ ਤਾਂ ਇਹ ਜਿਹੜੇ ਸੰਦ ਸਾਨੂੰ ਦੁਕਾਨਾਂ ਤੇ ਵੀ ਇੰਨੇ ਨਹੀਂ ਮਿਲਦੇ ਹੋਣਗੇ, ਪਰ ਇੱਥੇ ਇੰਨੀ ਵੱਡੀ ਅਮਾਉਂਟ ਵਾਲੇ ਸੰਦ ਇਹਨਾਂ ਨੇ ਇੱਕ ਸਿੰਗਲ ਜੇ ਕਹੀਏ ਹਲ ਤੋਂ ਲੈ ਕੇ ਜਿਹੜੇ ਬਹੁਤ ਤਰੀਕੇ ਦੇ ਹਲ ਰੱਖੇ ਹੋਏ ਨੇ, ਤੇ ਇੱਕ ਇੱਕ ਕਰਕੇ ਇਸ ਸੈਕਸ਼ਨ ਦੇ ਅੰਦਰ ਜਿਹੜਾ ਰਮਨ ਜੀ ਹੋਣਾ ਨੇ ਸਾਨੂੰ ਇਹਦੀ ਜਾਣਕਾਰੀ ਦਿੱਤੀ ਹੈ। ਰਮਨ ਜੀ, ਜਿਵੇਂ ਤੁਸੀਂ ਇਹਦੀ ਜਾਣਕਾਰੀ ਦੇ ਰਹੇ ਹੋ ਤਾਂ ਘੱਟੋ ਘੱਟ ਮੰਨ ਲਈਏ ਕਿੰਨੇ ਕੁ ਜਿਹੜੀ ਇੱਕ ਜਿਹੜਾ ਘੱਟੋ ਘੱਟ ਰੁਪਈਏ ਦਾ ਇੱਕ ਸੰਦ ਹੋਣਾ ਹੈ? ਸਰ ਹਰੇਕ ਦੀ ਅਲੱਗ-ਅਲੱਗ ਵੈਲਿਊ ਹੈ। ਕੁਛ ਕੁ ਸੰਦ ਦੇਖੋ ਪੁਰਾਣੇ ਨੇ, ਹਨਾ ਜੀ, ਜੋ ਉਹਨਾਂ ਦੀ ਪੁਰਾਣੇ ਦੀ ਵੈਲਿਊ ਲਾ ਲਓ, ਤੇ ਕੁਛ ਕੁ ਨਵੇਂ ਨੇ, ਉਹਨਾਂ ਦੀ ਨਵੇਂ ਦੀ ਵੈਲਿਊ ਲਗਾ ਲਓ। ਲੱਖਾਂ 'ਚ ਅਸੀਂ ਮੰਨ ਲੈਂਦੇ ਹਾਂ। ਹਾਂਜੀ ਹਾਂ, ਕੋਈ ਚੀਜ਼ ਲੱਖ ਦੀ ਵੀ ਹੈ, ਕੋਈ ਚੀਜ਼ 30,000 ਦੀ ਵੀ ਹੈ, ਕੋਈ 25 ਦੀ ਵੀ ਹੈ, ਹਨਾ ਜੀ। ਸੋ ਆਪਾਂ ਸਟਾਰਟਿੰਗ ਮੰਨ ਕੇ ਚੱਲਦੇ ਹਾਂ ਕਿ 15-20 ਤੋਂ ਸਟਾਰਟ ਕਰਕੇ ਤੇ ਅਪਰੋਕਸੀਮੇਟ 1 ਲੱਖ ਦੇ ਆਪਾਂ ਇਨ ਬਿਟਵੀਨ ਸਾਰੇ ਸੰਦ ਹੈ ਜੀ। ਹਾਂਜੀ, ਟਰਾਲੀਆਂ ਜਿਹੜੀਆਂ ਨੇ ਉਹ 3 ਤਰ੍ਹਾਂ ਦੀਆਂ ਹੁਣ ਦੇਖ ਰਹੇ ਹਾਂ ਅਸੀਂ ਖੜੀਆਂ, ਅਲੱਗ-ਅਲੱਗ ਲੁੱਕ ਇੱਕੋ ਲੱਗ ਰਹੀ ਆ। ਇਹ ਕੀ ਹੈ? ਸਰ ਇਹ ਤੂੜੀ ਵਾਲੀਆਂ ਟਰਾਲੀਆਂ ਨੇ, ਤੁਸੀਂ ਦੇਖ ਸਕਦੇ ਹੋ। ਇਹਨਾਂ ਦੇ ਵਿੱਚ ਆਪਾਂ ਜਦੋਂ ਤੂੜੀ ਬਣਾਉਣੇ ਆ ਤਾਂ ਇਹਨਾਂ ਦੇ ਵਿੱਚ ਤੂੜੀ ਸਟੋਰ ਕਰੀ ਜਾਂਦੀ ਹੈ। ਸੋ ਫਰਕ ਕੁਛ ਨਹੀਂ ਹੈ, ਸਾਈਜ਼ ਸੇਮ ਹੈ, ਸਭ ਕੁਝ ਸੇਮ ਹੈ। ਬਸ ਇਹ ਹੈ ਕਿ ਆਪਾਂ ਖੇਤੀ ਜ਼ਿਆਦਾ ਕਰਨ ਕਰਕੇ ਕਈਆਂ ਦਾ 2 ਨਾਲ ਵੀ ਕੰਮ ਚੱਲਦਾ ਹੁੰਦਾ, ਪਰ ਆਪਾਂ ਇਹ ਹੈ ਕਿ ਆਪਾਂ 3 ਰੱਖੀਆਂ ਹੋਈਆਂ ਨੇ। ਸੋ ਇੱਕ ਵਧੀਆ ਨੌਲੇਜ ਹੈਗੀ ਆ। ਹੁਣ ਚੱਲੀਏ ਥੋੜੇ ਅਲੱਗ ਸੈਕਸ਼ਨ ਚੱਲੀਏ ਜਿੱਥੇ ਕੀ ਹੈਗਾ, ਨਾਲ ਗੱਲਾਂ ਕਰਦੇ ਜਾਂਦੇ ਆ। ਸੋ ਰਮਨ ਜੀ, ਇਹ ਜਿਹੜਾ ਹੁਣ ਇੰਨੇ ਸੰਦਾਂ ਬਾਰੇ ਨੌਲੇਜ ਹਾਸਲ ਤੁਸੀਂ ਕੀਤੀ ਆ, ਲਿਆਂਦਾ ਏ, ਕਦੇ ਨਾ ਕਦੇ ਜਿਹੜੇ ਲੋਕ ਨੇ ਉਹ ਕਹਿੰਦੇ ਨਹੀਂ ਜਾਂ ਆਪਣਾ ਆਲੇ ਦੁਆਲੇ ਪਿੰਡ ਵਾਲੇ ਵੀ ਕੁੜੀਏ ਤੂੰ ਤਾਂ ਜਿਹੜਾ ਘਰ ਸੰਭਾਲ ਤੂੰ ਕਿੱਥੇ ਖੇਤੀਬਾੜੀ 'ਚ ਲੱਗੀ? ਅਕੋਰਡਿੰਗ ਟੂ ਮੀ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੀ ਕੁਝ ਅੱਜ ਤੱਕ ਤਾਂ ਵੈਸੇ ਕਿਸੇ ਨੇ ਇਨਡਾਇਰੈਕਟਲੀ ਤਾਂ ਕਿਸੇ ਨੇ ਕਿਹਾ ਨਹੀਂ ਹੈ ਨਾ ਜੀ। ਪਰ ਇਹ ਆ ਕਿ ਕੁਝ ਇਦਾਂ ਦੇ ਹੁੰਦੇ ਨੇ ਲੋਕ ਜੋ ਇਸ ਚੀਜ਼ ਨੂੰ ਇਤਰਾਜ਼ ਕਰਦੇ ਨੇ ਜਾਂ ਮਤਲਬ ਉਹ ਆਰਗਿਊ ਕਰਦੇ ਨੇ, ਤਾਂ ਉਹਨਾਂ ਨੂੰ ਮੇਰਾ ਇੱਕੋ ਹੀ ਜਵਾਬ ਹੁੰਦਾ ਆ ਜਾਂ ਹੋਊਗਾ ਕਿ ਉਹਨਾਂ ਨੂੰ ਦੇਖੋ, ਉਹਨਾਂ ਦਾ ਮੈਂ ਨਹੀਂ ਦੇਣਾ ਕੁਝ, ਜਾਂ ਉਹਨਾਂ ਨੇ ਮੇਰੇ ਤੋਂ ਕੁਝ ਲੈਣਾ ਨਹੀਂ, ਜਾਂ ਮੈਂ ਉਹਨਾਂ ਤੋਂ ਨਹੀਂ ਲੈਣਾ। ਸੋ ਮੈਂ ਖੇਤੀ ਕਰਦੀ ਹਾਂ ਆਪਣੇ ਸ਼ੌਂਕ ਵਾਸਤੇ ਤੇ ਆਪਣੇ ਹਸਬੈਂਡ ਦੇ ਨਾਲ ਸਪੋਰਟ ਕਰਨ ਵਾਸਤੇ, ਤੇ ਹੌਲੀ ਹੌਲੀ ਮੇਰਾ ਵੀ ਇਹੀ ਰੁਝਾਨ ਬਣਦਾ ਜਾ ਰਿਹਾ। ਤਾਂ ਇਨ ਫਿਊਚਰ ਆਈ ਗੈਸ ਕਿ ਜੇ ਆਪਾਂ ਅੱਗੇ ਜਾ ਕੇ ਵਧਦੇ ਵੀ ਹਾਂ, ਹੋਰ ਵੀ ਅਗਰ ਨਿਊ ਮਾਡਰਨਾਈਜੇਸ਼ਨ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਹੈ, ਤਾਂ ਮੇਰੇ ਖਿਆਲ 'ਚ ਕਿ ਮੇਰੀਆਂ 2 ਧੀਆਂ ਨੇ ਤਾਂ ਮੈਂ ਉਹਨਾਂ ਨੂੰ ਵੀ ਇਹਨਾਂ ਦੇ ਵਿੱਚ ਹੀ ਇੰਡਲਜ ਕਰੂੰਗੀ। ਹੁਣ ਅਸੀਂ ਰਮਨ ਜੀ ਦੇ ਅਗਲੀ ਕਲੈਕਸ਼ਨ ਦੇ ਵਿੱਚ ਆ ਗਏ ਹਾਂ, ਅਗਲੇ ਪੜਾਅ ਦੇ ਵਿੱਚ, ਜਿੱਥੇ ਕਿ ਇਹਨਾਂ ਦੇ ਟਰੈਕਟਰ ਖੜੇ ਨਜ਼ਰ ਆ ਰਹੇ ਆ। ਕਿਹੜਾ ਟਰੈਕਟਰ ਹੈ ਰਮਨ ਜੀ ਇਹਦੇ ਬਾਰੇ? ਇਹ ਮਹਿੰਦਰਾ 655 DI, ਇਹ ਜੀ 4 ਵੀਲ ਹੈ, ਜੋ ਕਿ ਅਸੀਂ ਮੋਸਟਲੀ ਕਈ ਵਾਰੀ ਕੱਦੂ ਦੇ ਟਾਈਮ ਜਾਂ ਫਿਰ ਕੋਈ ਹੈਵੀ ਲੋਡ ਕੋਈ ਚੀਜ਼ ਲੈ ਕੇ ਜਾਣੀ ਹੈ, ਸਪੋਜ਼ ਗੰਨੇ ਦੇ ਟਾਈਮ ਤੇ, ਜਾਂ ਫਿਰ ਕੋਈ ਜਿੱਦਾਂ ਕਿਸੇ ਵਾਰੀ ਸਾਨੂੰ ਟੋਚਨ ਦੀ ਵੀ ਲੋੜ ਹੁੰਦੀ ਹੈ, ਤਾਂ ਇਹ ਸਾਡਾ ਆਪਾਂ ਕਹਿ ਸਕਦੇ ਹਾਂ ਕਿ ਮੇਨ ਝੋਟਾ ਏ। ਤੇ ਜੋ ਕਿ ਸਾਨੂੰ ਸਾਰੇ ਮਤਲਬ ਇੱਕ ਧੱਕੜ ਆਪਾਂ ਕਹਿ ਸਕਦੇ, ਸਾਰਾ ਧੱਕਾ ਜੀ ਇਹਦੇ ਨਾਲ ਹੀ ਹੁੰਦਾ ਹੈ। ਮਤਲਬ ਧੱਕਾ ਟਰੈਕਟਰ ਆ, ਇੱਕ ਜਿਵੇਂ ਆਮ ਟਰੈਕਟਰ ਦੇਖਿਆ ਸੀ। ਹਾਂਜੀ ਹਾਂਜੀ ਹਾਂ ਜੀ, ਇਹ ਧੱਕੇ ਵਾਲਾ ਇਹ ਮੇਨ ਕਹਿ ਸਕਦੇ ਹਾਂ ਕਿ ਇਹ ਰਾਜਾ, ਤੁਸੀਂ ਦੇਖ ਵੀ ਸਕਦੇ ਹੋ ਉੱਪਰ, ਖੇਤਾਂ ਦਾ ਰਾਜਾ ਹੈ ਜੀ ਇਹ। ਸੋ ਇਹ ਪਿੱਛੇ ਟਰਾਲੀਆਂ ਜਿਹੜੀਆਂ ਉਹ ਹਾਂਜੀ ਹਾਂਜੀ ਹਾਂਜੀ, ਆਹ ਜਿਹੜੀ ਫਸਟ ਹੈ ਜੀ, ਇਹ ਆਪਣੀ 22 ਫੁੱਟੀ ਟਰਾਲੀ ਹੈ, ਜੋ ਕਿ ਆਪਾਂ ਨੂੰ ਮੋਸਟਲੀ ਗੰਨੇ ਦੇ ਟਾਈਮ ਤੇ ਹੀ ਯੂਜ਼ ਕਰਦੇ ਆ, ਤੇ ਕਿਉਂਕਿ ਇਹਦੇ 'ਚ ਗੰਨਾ ਵੱਧ ਪੈ ਜਾਂਦਾ, ਸੋ ਉਹਦੇ ਕਰਕੇ ਆਪਣੇ ਗੇੜੇ ਦਾ ਵੀ ਤੁਹਾਨੂੰ ਪਤਾ ਸੇਵਿੰਗ ਹੁੰਦੀ ਆ, ਹੈ ਨਾ। ਤੇ ਉਸ ਤੋਂ ਅੱਗੇ 20 ਫੁੱਟੀ ਟਰਾਲੀ ਖੜੀ ਹੈ, ਤੁਸੀਂ ਦੇਖ ਸਕਦੇ ਹੋ, ਤੇ ਉਹ ਵੀ ਸੇਮ ਪਰਪਸ ਵਾਸਤੇ, ਤੇ ਜੋ ਆਪਣੀ ਫਸਲ ਦੀ ਹੈ ਉਹਨੂੰ ਮਤਲਬ ਆਪਾਂ ਮੰਡੀ ਵਿੱਚ ਲਿਜਾਣ ਵਾਸਤੇ, ਢੋਣ ਵਾਸਤੇ, ਉਹਦੇ ਵਾਸਤੇ ਯੂਜ਼ ਢਵਾਈਏ ਵਾਸਤੇ ਵੀ ਅਸੀਂ ਕਹਿ ਦਈਏ ਕਿ ਅਲੱਗ ਤੋਂ ਟਰਾਲੀ। ਹਾਂਜੀ 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 ਬਿਲਕੁਲ। ਜਿਹੜੇ ਟਰਾਲੀਆਂ ਨੇ ਹੈਵੀ ਲੋਡ ਵਾਲੀਆਂ ਨੇ, ਫਿਰ ਮੈਨੂੰ ਲੱਗਦਾ ਇਹੀ ਜਿਹੜਾ ਟਰੈਕਟਰ ਆ ਤੁਹਾਡਾ ਖੂਬੀ ਹੈ। ਹਾਂਜੀ ਹਾਂਜੀ, ਇੱਕ ਟਰੈਕਟਰ ਜੀ ਆਪਣਾ ਇਹ ਤੋਂ ਛੋਟਾ ਹੋਰ ਹੈ, ਉਹ ਖੇਤਾਂ 'ਚ ਗਿਆ ਹੋਇਆ। ਤਾਂ ਮੋਸਟਲੀ ਜੇ ਆਪਣਾ ਰੋਡ ਤੇ ਜਾਣਾ ਤਾਂ ਅਸੀਂ ਉਹਨੂੰ ਹੀ ਪ੍ਰੈਫਰ ਕਰਦੇ ਹਾਂ, ਤੇ ਬਿਕੋਜ਼ ਇਹ ਆ ਕਿ ਜਿੱਦਣ ਲੋਡ ਜ਼ਿਆਦਾ ਹੋਵੇ ਉਦੋਂ ਇਹਨੂੰ ਯੂਜ਼ ਕਰ ਲਈਦੀ ਹੈ। ਜਸਟ ਕਈ ਵਾਰੀ 4 ਵੀਲ ਕਰਕੇ ਨਾ ਆਪਣੇ ਜਿਹੜੇ ਟਾਇਰ ਨੇ ਉਹਨਾਂ ਦੀ ਕਸਾਈ ਨਾ ਹੋਵੇ ਕਿ ਟਾਇਰ ਘਸਣ ਘੱਟ, ਤਾਂ ਇਹ ਤੋਂ ਜਿਹੜਾ ਛੋਟਾ ਟਰੈਕਟਰ ਆ ਉਹ ਮੋਸਟਲੀ ਲੈ ਕੇ ਜਾਂਦੇ ਆ। ਟਰੈਕਟਰ ਕੀ ਅੱਗੇ ਵੀ ਥੋੜਾ ਟਰੈਕਟਰ ਖੜਾ, ਉਸ ਬਾਰੇ? ਸਰ ਇਹਦੀ ਇੱਕ ਬੜੀ ਪੁਰਾਣੀ ਹਿਸਟਰੀ ਹੈ, ਜੇ ਇਜਾਜ਼ਤ ਦਿਓ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਤੇ ਇਹ ਸਵਰਾਜ ਆ ਜੀ 855 ਟਰੈਕਟਰ ਹੈ, ਤੇ ਇਹ ਟਰੈਕਟਰ ਜੀ
ਮਤਲਬ ਮੇਰੇ ਫਾਦਰ ਇਨ ਲਾਅ ਦਾ ਟਰੈਕਟਰ ਸੀਗਾ ਇਹ ਉਹਨਾਂ ਦਾ ਪਹਿਲਾ ਟਰੈਕਟਰ ਸੀ ਜਦੋਂ ਉਹਨਾਂ ਨੇ ਖੇਤੀ ਸਟਾਰਟ ਕਰੀ ਸੀਗੀ ਜੀ। ਅੱਜ ਤੋਂ ਆਪਾਂ ਕਹਿ ਸਕਦੇ ਹਾਂ ਕਿ 30 ਤੋਂ 40 ਸਾਲ ਪਹਿਲਾਂ ਉਹਨਾਂ ਨੇ ਖੇਤੀ ਇਸ ਟਰੈਕਟਰ ਨਾਲ ਸਟਾਰਟ ਕਰੀ ਸੀ। ਤੇ ਇਹ ਟਰੈਕਟਰ ਜੀ ਜਦੋਂ ਦੁਬਾਰਾ ਮਤਲਬ ਅਸੀਂ ਖੇਤੀ ਛੱਡ ਚੁੱਕੇ ਸੀ 2007 ਤੋਂ 8 ਦੇ ਵਿੱਚ ਜਦੋਂ ਦੁਬਾਰਾ ਖੇਤੀ ਸ਼ੁਰੂ ਕਰੀ ਹੈ ਤਾਂ ਉਦੋਂ ਹੁਣ ਜਦੋਂ ਮੇਰੀ ਮੈਰਿਜ ਹੋਈ ਹੈ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਸੀਗਾ ਕਿ ਸਾਡਾ ਇਹ ਟਰੈਕਟਰ ਕਿੱਥੇ ਹੈ। ਤਾਂ ਅਸੀਂ ਕਿਤੋਂ ਲੱਭ ਕੇ ਫਿਰ ਅਸੀਂ ਉਸ ਬੰਦੇ ਤੋਂ ਈਵਨ ਇੰਨੀ ਵੈਲਿਊ ਹੈ ਨਹੀਂ ਸੀ ਸਾਡੀ ਨਜ਼ਰਾਂ ਦੇ ਵਿੱਚ ਤਾਂ ਬਹੁਤ ਵੈਲਿਊ ਸੀ। ਅਸੀਂ ਵੈਲਿਊ ਤੋਂ ਵੱਧ ਪੈਸੇ ਦੇ ਕੇ ਇਹ ਟਰੈਕਟਰ ਆਪਣਾ ਵਾਪਸ ਘਰੇ ਲਿਆਂਦਾ ਤਾਂ ਕਿ ਫਾਦਰ ਇਨ ਲਾਅ ਨੂੰ ਇਦਾਂ ਲੱਗੇ ਕਿ ਸਾਡਾ ਜੋ ਖੇਤੀ ਵੱਲ ਹਾਂਜੀ ਜੋ ਇੱਕ ਇੰਟਰਸਟ ਹੈ ਵੀ ਉਹਨਾਂ ਨੇ ਇਹ ਲੱਗੇ ਕਿ ਅਸੀਂ ਉਹਨਾਂ ਦੀ ਇੱਕ ਲੈਗੇਸੀ ਅੱਗੇ ਲੈ ਕੇ ਜਾ ਰਹੇ ਹਾਂ। ਤਾਂ ਪਰ ਉਹਨਾਂ ਦੇ ਚੀਜ਼ਾਂ ਨੂੰ ਪਿੱਛੇ ਛੱਡ ਕੇ ਨਹੀਂ ਉਹਨਾਂ ਨੂੰ ਨਾਲ ਲੈ ਕੇ ਹੀ ਉਹਨਾਂ ਦੀ ਜੋ ਇੱਕ ਲੈਗੇਸੀ ਅੱਗੇ ਲੈ ਕੇ ਜਾਣ ਵਾਸਤੇ ਅਸੀਂ ਇਹ ਟਰੈਕਟਰ ਆਪਣਾ ਘਰੇ ਰੱਖਿਆ। ਇਹਦੇ ਨਾਲ ਅਸੀਂ ਜ਼ਿਆਦਾ ਧੱਕਾ ਨਹੀਂ ਕਰਦੇ ਜਸਟ ਇਹ ਹੈ ਕਿ ਜਸਟ ਇਹਨੂੰ ਕਦੇ ਨਿੱਕਾ ਮੋਟਾ ਕੰਮ ਹੋਵੇ ਖੇਤਾਂ 'ਚ ਕੋਈ ਚੀਜ਼ ਲੈ ਕੇ ਆਉਣੀ ਛੱਡ ਕੇ ਆਉਣੀ ਕੱਖਾਂ ਵਾਸਤੇ ਉਹਦੇ ਵਾਸਤੇ ਯੂਜ਼ ਕਰਦੇ ਹਾਂ। ਇਨ ਫਿਊਚਰ ਅਗਰ ਇਹ ਟਰੈਕਟਰ ਨੂੰ ਕੁਝ ਨਹੀਂ ਵੀ ਚੱਲਦਾ ਤਾਂ ਅਸੀਂ ਇਹਨੂੰ ਉੱਪਰ ਤੁਸੀਂ ਭਗਤ ਸਿੰਘ ਤੇ ਯੂਮ ਕਰ ਸਕਦੇ ਹੋ ਕੋਠੇ ਤੇ ਅਸੀਂ ਇਹਨੂੰ ਕੋਠੇ ਤੇ ਖੜਾ ਕਰ ਲਾਂਗੇ ਪਰ ਇਹਨੂੰ ਦਵਾਂਗੇ ਨਹੀਂ ਜੀ। ਹਾਂਜੀ ਪਿਆਰ ਤੇ ਮੋਹ ਹੈਗਾ ਇਹਨਾਂ ਦਾ। ਇਹ ਨੇ ਆਪਣੇ ਜਨਰੇਟਰ ਜੋ ਕਿ ਮੋਸਟਲੀ ਆਪਾਂ ਨੂੰ ਜਦ ਲਾਈਟ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਪੰਜਾਬ 'ਚ ਤੁਹਾਨੂੰ ਪਤਾ ਹੀ ਹੈ ਤਾਂ ਕੁਝ ਫਸਲਾਂ ਇਦਾਂ ਦੀਆਂ ਨੇ ਕਿ ਜਿਨ੍ਹਾਂ ਨੂੰ ਜਦੋਂ ਆਪਾਂ ਗੰਨੇ ਦੀ ਬਿਜਾਈ ਕਰਦੇ ਹਾਂ ਤਾਂ ਉਹਨੂੰ ਗੰਨੇ ਨੂੰ ਇਨਸਟੈਂਟ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਬਿਕਾਜ਼ ਉਹ ਪਾਣੀ ਬਹੁਤ ਸੋਕਦਾ ਆ। ਸੋ ਉਹਦੇ ਕਰਕੇ ਇਹ ਜਨਰੇਟਰ ਆਪਾਂ ਮੋਸਟਲੀ ਉਦੋਂ ਯੂਜ਼ ਕਰ ਲੈਂਦੇ ਹਾਂ ਕਈ ਵਾਰੀ ਆਲੂਆਂ ਦੇ ਟਾਈਮ ਤੇ ਮੱਕੀ ਦੀ ਟਾਈਮ ਤੇ ਲਾਈਟ ਨਾ ਸਾਥ ਦੇਵੇ ਤਾਂ ਇਹ ਜਨਰੇਟਰ ਦੇ ਨਾਲ ਲਗਾ ਕੇ ਆਪਾਂ ਪਾਣੀ ਨੂੰ ਮੋਸਟਲੀ ਯੂਜ਼ ਕਰਦੇ ਹਾਂ। ਉਹ ਜਨਰੇਟਰ ਜਿਹੜੇ ਤੁਸੀਂ ਆਪਣੇ ਘਰ ਹਾਂਜੀ ਇੱਕ ਹੋਰ ਛੋਟਾ ਸੈਕਸ਼ਨ ਆ ਜਿਹ 'ਚ ਹੋਰ ਸੰਦ ਪਏ ਨੇ ਇਹ ਕੀ ਮਸ਼ੀਨਰੀ ਪਈ? ਸਰ ਇਹ ਸਪਰੇ ਵਾਲਾ ਪੰਪ ਹੈ ਜੀ। ਸੋ ਇਹਦੇ ਨਾਲ ਆਪਾਂ ਦੂਰ ਜਿੱਦਾਂ ਤੁਸੀਂ ਪਿੱਛੇ ਥੋੜਾ ਉਹਨਾਂ ਨੂੰ ਕਹੋਗੇ ਕਿ ਦਿਖਾਣਗੇ ਪਿੱਛੇ ਆਪਣੇ ਪਾਈਪ ਲੱਗੀ ਹੋਈ ਜਿਹਦੇ ਨਾਲ ਕਿ ਆਪਾਂ ਪਾਈਪ ਇਨਸਰਕਲ ਕਰਕੇ ਤਾਂ ਦੂਰ ਤੱਕ ਆਪਾਂ ਖੇਤਾਂ 'ਚ ਇਹਦੇ ਨਾਲ ਸਪਰੇ ਕਰ ਸਕਦੇ ਹਾਂ। ਤਾਂ ਚਾਹੇ ਇਹਨੂੰ ਆਪਾਂ ਪਹੀ ਤੇ ਵੀ ਖੜਾ ਕੇ ਤਾਂ ਉਹ ਪਾਈਪ ਦੇ ਥਰੂ ਆਪਾਂ ਇੱਕ ਮਤਲਬ ਇਹ ਕਹਿ ਸਕਦੇ ਹਾਂ ਕਿ ਇਹ ਸਪਰੇ ਜਲਦੀ ਕਰਦਾ। ਸੋ ਇਹ ਸਪਰੇ ਦੇ ਵਿੱਚ ਜਿੱਦਾਂ ਆਪਾਂ ਮੋਸਟਲੀ ਮੈਨੂਅਲ ਪੰਪਸ ਹੁੰਦੇ ਨੇ ਜਾਂ ਹੋਰ ਵੀ ਮਸ਼ੀਨ ਵਾਲੇ ਵੀ ਪੰਪ ਹੁੰਦੇ ਨੇ ਬਟ ਉਹਨਾਂ ਦੇ ਕੰਪੇਅਰ ਇਹ ਜਿਹੜਾ ਪੰਪ ਹੈ ਇਹ ਕੰਮ ਵੀ ਜਲਦੀ ਨਿਬੇੜਦਾ ਆ ਐਂਡ ਜਲਦੀ ਵੀ ਹੁੰਦਾ ਔਰ ਸਪਰੇ ਵੀ ਤੁਹਾਨੂੰ ਤੁਸੀਂ ਦੇਖ ਰਹੇ ਹੋ ਟੈਂਕੀ ਦੀ ਕੁਆਂਟੀਟੀ ਸਪਰੇ ਦਾ ਜਿਹੜਾ ਇੱਕ ਸੋਲੂਸ਼ਨ ਹੁੰਦਾ ਉਹ ਵੀ ਵੱਧ ਮਾਤਰਾ ਦੇ ਵਿੱਚ ਇਹਦੇ 'ਚ ਪੈ ਜਾਂਦਾ ਹੈ। ਤੇ ਉਸ ਤੋਂ ਬਾਅਦ ਜੀ ਇਹ ਰੇ ਪਾਉਣੇ ਵਾਲਾ ਸੰਦ ਹੈ। ਇਹਦੇ ਨਾਲ ਆਪਾਂ ਰੇ ਦਾ ਜਿਹੜਾ ਛਿੱਟਾ ਜੋ ਕਿ ਆਪਾਂ ਹੱਥਾਂ ਨਾਲ ਦਿੰਦੇ ਸੀਗੇ ਉਹਦੀ ਸਖਾਈ ਵਾਸਤੇ ਇਹ ਰੇ ਵਾਲੀ ਮਸ਼ੀਨ ਹੈ ਇਹਦੇ ਨਾਲ ਰੇ ਪੈਂਦਾ ਆ। ਇਹ ਆਪਣੇ ਦੂਰ ਤੱਕ ਮਾਰ ਨਹੀਂ ਜੀ ਇਹ ਆਪਣੇ ਟਰੈਕਟਰ ਦੇ ਨਾਲ ਅਟੈਚ ਹੋ ਜਾਂਦਾ ਆ। ਜਦੋਂ ਰੇਡੀਏਟਰ ਘੁੰਮਦਾ ਤਾਂ ਉਹ ਥੱਲੇ ਆਪਣੇ ਆਪ ਜਿੱਦਾਂ ਉਹ ਥੱਲੇ ਇੱਕ ਹੋਰ ਸਰਕਲ ਲੱਗਿਆ ਹੋਇਆ ਉਹਦੇ ਨਾਲ ਰੇ ਉਹਨੇ ਆਪੇ ਆਪ ਘੁਮਾਈ ਜਾਣਾ। ਸੋ ਉਹਦੇ ਨਾਲ ਜਿਹੜਾ ਥੱਲੋਂ ਰੋਟੇਟ ਹੋਣੀ ਆ ਐਂਡ ਉਹ ਸਰਕਲ ਹੋਣੀ ਆ ਚੀਜ਼ ਉਹਦੇ ਨਾਲ ਜਿਹੜਾ ਰੇ ਦਾ ਛਿੱਟਾ ਆ ਦੂਰ ਤੱਕ ਪੈਂਦਾ ਆ। ਇਹ ਆ ਜੀ ਆਪਣੀ ਗਡਾਈ ਵਾਸਤੇ ਆਪਾਂ ਕਹਿ ਸਕਦੇ ਹਾਂ। ਤੇ ਇਹ ਜਿੱਦਾਂ ਮਤਲਬ ਆਪਾਂ ਸਪੋਜ਼ ਅੱਗੋਂ ਉਹਦੇ ਹੈਂਡਲਸ ਲੱਗੇ ਹੋਏ ਨੇ ਇਹ ਥੋੜਾ ਮੈਨੂਅਲੀ ਗਡਾਈ ਵਾਸਤੇ ਹੁੰਦਾ ਆ। ਅਗਰ ਆਪਾਂ ਥੋੜੀ ਜਗ੍ਹਾ ਦੇ ਵਿੱਚ ਜਾਂ ਗੰਨੇ ਦੀ ਗਡਾਈ ਕਰਨੀ ਹੈ ਸਪੋਜ਼ ਕਿਤੇ ਕੱਖ ਜ਼ਿਆਦਾ ਆ ਤਾਂ ਉੱਥੇ ਬੜਾ ਟਰੈਕਟਰ ਨਹੀਂ ਜਾ ਸਕਦਾ ਤਾਂ ਆਪਾਂ ਇਹਦੇ ਨਾਲ ਇਹਨੂੰ ਲੈ ਕੇ ਆਪਾਂ ਮੈਨੂਅਲੀ ਗਡਾਈ ਕਰ ਸਕਦੇ ਹਾਂ। ਛੋਟਾ ਟਰੈਕਟਰ ਕਹਿ ਸਕਦੇ ਹਾਂ ਵੀ ਇੱਕ ਛੋਟੀ ਜਗ੍ਹਾ। ਹਾਂਜੀ ਇਹਦਾ ਜੀ ਆ ਦੇਖ ਲਓ ਤੁਸੀਂ ਜਨਰੇਟਰ ਲੱਗਾ ਇਹਦੇ 'ਚ ਤੇਲ ਪੈਂਦਾ ਆ ਤਾਂ ਉਹ ਫਿਰ ਹੈਂਡਲ ਨਾਲ ਇਹਨੂੰ ਆਪਾਂ ਸਟਾਰਟ ਕਰਕੇ ਤਾਂ ਆਪਾਂ ਮੈਨੂਅਲੀ ਉਹ ਹੈਂਡਲਸ ਤੋਂ ਅੱਗੇ ਤੁਰ ਕੇ ਆਪਾਂ ਇਹਦੇ ਨਾਲ ਗਡਾਈ ਕਰਦੇ ਹਾਂ। ਸੰਦਾਂ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਾਂ ਸੰਦ ਦੇਖ ਰਹੇ ਹਾਂ। ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ। ਸੋ ਸ਼ੌਂਕ ਰਮਨ ਜੀ ਹੋਣਾ ਨੇ ਜਿਹੜਾ ਅੱਜ ਪਾਲਿਆ ਹੋਇਆ ਉਹ ਤੁਸੀਂ ਬਖੂਬੀ ਦੇਖਿਆ। ਰਮਨ ਜੀ ਕੀ ਕਹੋਗੇ ਸਾਡੀਆਂ ਉਹਨਾਂ ਔਰਤਾਂ ਨੂੰ ਜਾਂ ਉਹਨਾਂ ਖੇਤੀ ਕਰਨ ਵਾਲੇ ਲੋਕਾਂ ਨੂੰ ਜੋ ਹਜੇ ਵੀ ਅਜਿਹੇ ਸੰਦਾਂ ਤੱਕ ਨਹੀਂ ਪਹੁੰਚੇ ਜਾਂ ਹਜੇ ਵੀ ਜਿਹੜੇ ਸੰਕੋਚ ਕਰਦੇ ਨੇ ਖੇਤੀ ਦੇ ਵਿੱਚ? ਸਰ ਮੇਰਾ ਉਹਨਾਂ ਨੂੰ ਇੱਕੋ ਹੀ ਸੁਨੇਹਾ ਆ ਦੇਖੋ ਹਸਬੈਂਡ ਦਾ ਕਿੱਤਾ ਚਾਹੇ ਜੋ ਵੀ ਹੈ ਚਾਹੇ ਉਹ ਖੇਤੀ ਕਰਦਾ ਚਾਹੇ ਉਹ ਪੜ੍ਹਾਉਂਦਾ ਹੈ ਚਾਹੇ ਉਹ ਡਾਕਟਰ ਹੈ ਜੋ ਵੀ ਹੈ ਨਾ ਜੀ ਪਰ ਉਹ ਲੇਡੀਜ਼ ਨੂੰ ਇਹ ਸਮਝਣਾ ਚਾਹੀਦਾ ਅੱਜ ਕੱਲ੍ਹ ਦੀਆਂ ਔਰਤਾਂ ਨੂੰ ਕਿ ਜੇ ਆਪਾਂ ਸਪੋਰਟ ਨਹੀਂ ਕਰਾਂਗੇ ਆਪਣੇ ਹਸਬੈਂਡ ਦੇ ਕਿੱਤੇ 'ਚ ਤਾਂ ਉਹਦੀ ਮੇਰੇ ਅਕੋਰਡਿੰਗ ਤਾਂ ਉਹਦੀ ਬਰਕਤ ਨਹੀਂ ਹੋਏਗੀ ਘਰ ਦੇ ਵਿੱਚ। ਕਿਉਂਕਿ ਇੱਕ ਲੇਡੀ ਨੂੰ ਆਪਣੇ ਹਸਬੈਂਡ ਦੇ ਆਪਣੇ ਹਮਸਫਰ ਦੇ ਕਿੱਤੇ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅੱਜ ਦੇ ਟਾਈਮ ਵਿੱਚ ਬਿਕਾਜ਼ ਅਗਰ ਉਹ ਸਪੋਰਟ ਨਹੀਂ ਕਰੇਗੀ ਤਾਂ ਉਹਦੇ ਹਸਬੈਂਡ ਦਾ ਮਨ ਨਹੀਂ ਲੱਗੇਗਾ ਖੇਤੀ 'ਚ ਜਦ ਤੱਕ ਬਿਕਾਜ਼ ਸਾਡੇ ਨਾਲ ਕਈ ਵਾਰੀ ਇੱਦਾਂ ਹੁੰਦਾ ਜਦੋਂ ਵਿਆਹ ਹੋ ਕੇ ਆਇਆ ਸੀ ਤਾਂ ਮੈਨੂੰ ਨਹੀਂ ਸੀ ਨੌਲੇਜ ਮੈਂ ਇਹਨਾਂ ਨੂੰ ਪੁੱਛਦੀ ਸੀਗੀ ਕਿ ਫਲਾਨੀ ਚੀਜ਼ ਕੀ ਹੈ ਤਾਂ ਇਹਨਾਂ ਨੇ ਮੈਨੂੰ ਦੱਸਣਾ। ਉਸ ਤੋਂ ਬਾਅਦ ਜਦੋਂ ਮੇਰਾ ਇੰਟਰਸਟ ਪੈ ਗਿਆ ਮੈਂ ਇਹਨਾਂ ਨੂੰ ਪੁੱਛਣਾ ਸਟਾਰਟ ਕੀਤਾ ਹੌਲੀ ਆਪ ਵੀ ਇੰਡਲਜ ਹੋਈ ਆਪ ਕੀਤੀ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਤਾਂ ਇਹਨਾਂ ਦੀ ਖੁਸ਼ੀ ਵਾਸਤੇ ਵੀ ਲਗਾ ਸਕਦੇ ਹੋ ਤੁਸੀਂ ਤੇ ਇੱਕ ਮੇਰੀ ਆਪਣੇ ਮਨ ਦੀ ਸੰਤੁਸ਼ਟੀ ਵਾਸਤੇ ਕਿ ਹਾਂ ਮਤਲਬ ਕਿ ਮੈਨੂੰ ਪਤਾ ਕਿ ਮੈਂ ਇਸ ਚੀਜ਼ ਤੋਂ ਕਮਾਣਾ ਇਸ ਚੀਜ਼ ਤੋਂ ਅਸੀਂ ਘਰ ਚਲਾਉਣਾ ਇਸ ਚੀਜ਼ ਇਹੀ ਸਾਡਾ ਸਾਰਾ ਕੁਛ ਹੈ।
ਤਾਂ ਉਹਦੇ ਵਾਸਤੇ ਮੈਂ ਇਹ ਕਹੂੰਗੀ ਔਰਤਾਂ ਨੂੰ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ। ਅਗਰ ਉਹਨਾਂ ਦਾ ਹਸਬੈਂਡ ਡਾਕਟਰ ਹੈ ਤਾਂ ਉਹਨਾਂ ਨੂੰ ਪੁੱਛੋ ਕਿ ਤੁਹਾਡਾ ਕੀ ਕੰਮ ਹੈ, ਤੁਸੀਂ ਕਿੱਦਾਂ ਕਰਦੇ ਹੋ, ਤਾਂ ਕਿ ਇਨ ਐਮਰਜੈਂਸੀ ਅਗਰ ਤੁਹਾਡੇ ਹਸਬੈਂਡ ਨੂੰ ਕਿਤੇ ਵੀ ਕੋਈ ਐਮਰਜੈਂਸੀ ਪੈਂਦੀ ਹੈ ਇਨ ਫਿਊਚਰ ਤੁਸੀਂ ਕਿਸੇ ਵੀ ਤਰੀਕੇ ਨਾਲ ਉਸ ਕੰਮ ਦੇ ਵਿੱਚ ਹੈਲਪ ਕਰ ਸਕਦੇ ਹੋ। ਬਿਲਕੁਲ। ਤੇ ਇਹ ਜਿਹੜਾ ਸ਼ੌਂਕ ਦਾ ਵੀ ਕੋਈ ਮੁੱਲ ਨਹੀਂ ਜਿਹੜਾ ਤੁਸੀਂ ਰੱਖਿਆ, ਤੁਹਾਡਾ ਬਹੁਤ ਬਿਲਕੁਲ ਜੀ, ਬਹੁਤ ਥੈਂਕ ਯੂ ਸੋ ਮਚ ਤੁਸੀਂ ਆਏ। ਸੋ ਇਹ ਸਨ ਸਾਡੇ ਨਾਲ ਰਮਨਦੀਪ ਕੌਰ, ਜਿਹੜੇ ਕਿ ਰਮਨ ਹੋਣਾ ਵੱਲੋਂ ਜਿਹੜਾ ਅੱਜ ਇਹ ਸ਼ੌਂਕ ਜਿਹੜਾ ਪਾਲਿਆ ਗਿਆ ਉਹ ਤੁਹਾਨੂੰ ਦਿਖਾਇਆ ਕਿ ਕਿੰਨੇ ਸਾਰੇ ਸੰਦ ਘਰ ਦੇ ਵਿੱਚ ਇਹਨਾਂ ਨੇ ਇਕੱਠੇ ਕੀਤੇ ਨੇ। ਜੇ ਔਰਤ ਘਰ ਨੂੰ ਸਾਂਭਣਾ ਚਾਹਵੇ ਤਾਂ ਕੀ ਨਹੀਂ ਕਰ ਸਕਦੀ, ਜੋ ਇਹਨਾਂ ਨੇ ਇੱਥੇ ਇੱਕ ਖੇਤੀ ਦੀ ਵੱਖਰੀ ਮਿਸਾਲ ਵੀ ਪੇਸ਼ ਕੀਤੀ ਹੈ। ਕਿਸੇ ਨੂੰ ਕਾਹਦਾ ਸ਼ੌਂਕ ਹੁੰਦਾ, ਕਿਸੇ ਨੂੰ ਕਾਹਦਾ, ਤੇ ਰਮਨ ਜੀ ਹੋਣਾ ਨੂੰ ਜਿਸ ਤਰੀਕੇ ਨਾਲ ਅੱਜ ਇਹਨਾਂ ਸੰਦਾਂ ਦਾ ਸ਼ੌਂਕ ਸੀ, ਜਿਸ ਨੂੰ ਅਸੀਂ ਦੇਖਿਆ ਤੇ ਕੱਲੀ ਕੱਲੀ ਇਹਨਾਂ ਨੇ ਸਾਨੂੰ ਨੌਲੇਜ ਵੀ ਦਿੱਤੀ ਆ, ਬਖੂਬੀ ਦੇਖ ਕੇ ਦਿਲ ਖੁਸ਼ ਵੀ ਹੋਇਆ। ਉਮੀਦ ਕਰਦੇ ਹਾਂ ਤੁਸੀਂ ਵੀ ਇਸ ਨੂੰ ਦੇਖ ਕੇ ਖੁਸ਼ ਹੋਏ ਹੋਵੋਗੇ। ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਸਾਡਾ ਖਾਸ ਪ੍ਰੋਗਰਾਮ ਅੰਨਦਾਤਾ ਤੇ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਧੰਨਵਾਦ।